ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ 4 ਫਰਜ਼ੰਦ ਸ਼ਹਾਦਤ ਦੀ ਅਵਧੀ ਮਾਨਣ ਵਾਲੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ, ਜਗਤ ਮਾਤਾ, ਆਪ ਸੰਗਤ ਦੇ ਸਹਿਯੋਗ ਨਾਲ ਦਸ਼ਮੇਸ਼ ਸੇਵਕ ਜਥਾ ਇਹ ਵਿਸ਼ੇਸ਼ ਉਪਰਾਲਾ ਕਰ ਰਿਹਾ ਹੈ। ਆਓ ਗੁਰਬਾਣੀ ਦੀ ਰੌਸ਼ਨੀ ਵਿੱਚ ਇਹਨਾਂ ਸ਼ਹੀਦਾਂ ਸਤਿਪੁਰਸ਼ਾਂ ਦੇ ਗੀਤ ਗਾ ਕੇ ਆਪਣੇ ਸਮੇਂ ਨੂੰ, ਜੀਵਨ ਨੂੰ ਸਫਲਾ ਕਰੀਏ। ਗੁਰਬਾਣੀ ਦਾ ਫੁਰਮਾਨ ਹੈ, ਗੁਰ ਮੇਰੀ ਪੂਜਾ, ਗੁਰ ਗੋਬਿੰਦ, ਗੁਰ ਮੇਰਾ ਪਾਰ ਬ੍ਰਹਮ, ਗੁਰ ਭਗਵੰਤ, ਗੁਰ ਮੇਰਾ ਦਿਓ ਅਲਖ ਅਭਿਓ, ਸਰਬ ਪੂਜ ਚਰਨ ਗੁਰ ਸੇਉ। ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ, ਜੋ ਬੇਅੰਤ ਅਜ਼ਮਤਾਂ ਦੇ ਮਾਲਕ ਨੇ, ਲੋਕਾਈ ਨੂੰ ਗਿਆਨ ਬਖਸ਼ਣ ਵਾਲੇ ਨੇ, ਸੱਚ ਨੂੰ ਪ੍ਰਚੰਡ ਕਰਨ ਵਾਲੇ ਨੇ, ਔਰ ਗੁਰਾਂ ਦੀ ਪੂਜਾ ਨਾਲੋਂ ਵੱਧ ਕੇ ਲੋਕਾਈ ਅੰਦਰ ਕਿਸੇ ਦੀ ਪੂਜਾ ਦੀ ਮਹਾਨਤਾ ਨਹੀਂ ਹੈ। ਬਾਣੀ ਦਾ ਫੁਰਮਾਨ ਹੈ, ਮੁਕਤ ਦਾਤਾ ਸਤਿਗੁਰ ਜੁਗ ਮਾਹੇ। ਤੇਰੇ ਜੀਵਨ ਵਿੱਚ ਰੋਗ ਨੇ, ਤਨ ਨੂੰ ਸੋਗ ਨੇ, ਮਨ ਨੂੰ ਡਿਪਰੈਸ਼ਨ ਹੈ, ਚਿੰਤਾਵਾਂ ਨੇ, ਜੀਵਨ ਵਿੱਚ ਵਿਘਨ ਨੇ, ਪ੍ਰਤੱਖ ਪੈਰਾਂ ਦੀਆਂ ਬੇੜੀਆਂ ਨੇ, ਜਮਾਂ ਦੀ ਫਾਹੀ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬੰਦ ਖਲਾਸੀ ਕਰਨ ਵਾਲੇ ਨੇ, ਰੋਗਾਂ ਤੋਂ, ਸੋਗਾਂ ਤੋਂ, 84 ਲੱਖ ਜੂਨਾਂ ਤੋਂ ਨਿਜਾਤ ਦਿਵਾਉਣ ਵਾਲੇ ਨੇ। ਸੋ ਭਾਰਤ ਵਰਸ਼ ਮਹਿਮੂਦ ਗਜ਼ਨਵੀ ਦੇ ਸਮੇਂ ਤੋਂ 1001 ਈਸਵੀ ਤੋਂ ਗੁਲਾਮ ਸੀ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਰ ਨੂੰ ਸਮਝਾਇਆ, ਜ਼ੁਲਮ ਨਾ ਕਰ। ਕੁਝ ਸਮੇਂ ਲਈ ਸਮਝਿਆ। ਹੁਕਮਰਾਨ ਤਖਤ ਦੇ ਨਸ਼ੇ ਵਿੱਚ ਅੰਨੇ ਹੁੰਦੇ ਨੇ, ਫਿਰ ਜ਼ੁਲਮ ਕਰਦਾ ਹੈ। ਗੁਰੂ ਅਰਜਨ ਸਾਹਿਬ ਨੇ ਜਹਾਂਗੀਰ ਨੂੰ ਸਮਝਾਇਆ, ਜ਼ੁਲਮ ਨਾ ਕਰ, ਤਤੀ ਤਵੀ ਬਿਠਾ ਕੇ ਸ਼ਹੀਦ ਕੀਤਾ ਗਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਔਰੰਗਜ਼ੇਬ ਨੇ। ਤਿਲਕ ਜੰਜੂ ਰਾਖਾ ਪ੍ਰਭ ਤਾਂਕਾ, ਕੀਨੋ ਵੱਡੋ ਕਲੂ ਮਹਿ ਸਾਕਾ। ਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਿਰ ਤਲਵਾਰ ਉਠਾਈ ਹੈ। ਉਹਦਾ ਕਾਰਨ ਹੈ ਵੀ ਇਹ ਤਖਤ ਦੇ ਨਸ਼ੇ ਵਿੱਚ ਚੂਰ ਹੁਕਮਰਾਨ ਪ੍ਰੇਮ ਦੀ ਭਾਸ਼ਾ ਨਹੀਂ ਸਮਝਦੇ। ਮਹਾਰਾਜ ਦੇ ਪਰਸ਼ੀਅਨ ਦੇ ਬੋਲ ਨੇ, ਬਲਾ ਚਾਰਗੀ ਦਰਮਿਆ ਆਮਦਮ, ਬਾ ਤਦਬੀਰ ਤੀਰੋ ਤੁਫੰਗ ਆਮਦਮ। ਕਹਿੰਦੇ ਔਰੰਗਜ਼ੇਬ, ਮੈਂ ਸ਼ੌਂਕ ਨਾਲ ਤਲਵਾਰ ਨਹੀਂ ਚੁੱਕੀ, ਮੈਂ ਚਾਹਵਾਨ ਨਹੀਂ ਹਾਂ ਲੋਕਾਈ ਦਾ ਲਹੂ ਡੁੱਲੇ, ਪਰ ਪ੍ਰੇਮ ਦੀ ਭਾਸ਼ਾ ਤੂੰ ਸਮਝਦਾ ਨਹੀਂ ਹੈ। ਤੇਰੇ ਸਾਵੇਂ ਤਲਵਾਰ ਲੈ ਕੇ ਆਉਣਾ ਪਿਆ। ਪ੍ਰੇਮ ਦੀ ਭਾਸ਼ਾ ਗੁਰੂ ਅਰਜਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਨੇ ਹੁਕਮਰਾਨਾਂ ਨੂੰ ਸਮਝਾਈ। ਸਿੱਟਾ ਕੀ ਨਿਕਲਿਆ? ਸ਼ਹੀਦੀ। ਕੰਡੇ ਨੂੰ ਤੁਸੀਂ ਲੱਖ ਮਹਿਕਣ ਦਾ ਵੱਲ ਸਿਖਾਓ, ਉਹ ਮਹਿਕੇਗਾ ਨਹੀਂ। ਕੰਡਿਆਂ ਦੇ ਮੂੰਹ ਤੋੜਨੇ ਪੈਂਦੇ ਨੇ। ਕੰਡੇ ਕਦੇ ਫੁੱਲ ਨਹੀਂ ਬਣਦੇ। ਗੁਰੂ ਨਾਨਕ ਸਾਹਿਬ ਪਾਤਸ਼ਾਹ ਵੀ ਕਹਿੰਦੇ ਨੇ, ਮੂਰਖ ਗੰਢ ਪਵੈ ਮੋਹੇ, ਮਾਰ ਮੂਰਖਾਂ ਨੂੰ ਜੇ ਰੋਕ ਲਾਉਣੀ ਹੈ ਤੇ ਡਾਂਗ ਪਕੜਨੀ ਪੈਂਦੀ ਹੈ। ਮੁਗਲਿਆ ਸਲਤਨਤ ਦੇ ਜ਼ੁਲਮਾਂ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤਲਵਾਰ ਉਠਾਉਂਦੇ ਨੇ। ਜੀਵਨ ਕਾਲ ਵਿੱਚ 14 ਵੱਡੇ ਜੰਗ ਔਰੰਗਜ਼ੇਬ ਦੀਆਂ ਫੌਜਾਂ ਨਾਲ, 22 ਧਾਰ ਦੇ ਰਾਜਿਆਂ ਨਾਲ ਲੜੇ।
1704 ਈਸਵੀ 1761 ਬਿਕਰਮੀ ਸੰਮਤ ਗਰਮੀਆਂ ਨੇ, ਮਈ ਦਾ ਮਹੀਨਾ ਹੈ, ਆਨੰਦਾਂ ਦੀ ਪੁਰੀ ਨੂੰ ਘੇਰਾ ਪੈਂਦਾ ਹੈ। ਉੱਤਰੀ ਭਾਰਤ ਦੀ ਸਾਰੀ ਫੌਜ ਹੈ, ਸੂਬਾ ਸਰਹੰਦ ਵਜ਼ੀਰ ਖਾਂ, ਦਿੱਲੀ ਪਤ ਔਰੰਗਜ਼ੇਬ ਵੱਲੋਂ ਆਇਆ ਖਵਾਜਾ ਮਹਿਮੂਦ, ਲਾਹੌਰ ਦਾ ਸੂਬਾ, ਕਸ਼ਮੀਰ ਦਾ ਸੂਬਾ, ਗੁੱਜਰ, ਰੰਗੜ, ਲੁਟੇਰੇ ਸਾਰੇ ਇਕੱਠੇ ਹੋ ਕੇ ਘੇਰਾ ਪਾਉਂਦੇ ਨੇ। ਪੋਹ ਦਾ ਮਹੀਨਾ ਚੜ੍ਹਨ ਵਾਲਾ ਹੈ। 7 ਮਹੀਨੇ ਦੇ ਘੇਰੇ ਦਰਮਿਆਨ ਇਹ ਗੁਰਾਂ ਦਾ ਨੁਕਸਾਨ ਨਹੀਂ ਕਰ ਸਕੇ, ਉਲਟਾ ਆਪਣਾ ਨੁਕਸਾਨ ਕਰਵਾ ਲਿਆ। ਮੌਸਮ ਬਦਲੇ, ਕਈ ਰੋਗ ਪੈਦਾ ਹੋਏ ਫੌਜਾਂ ਵਿੱਚ। ਹੁਣ ਪੋਹ ਦੀ ਠੰਡ ਤੋਂ ਡਰਦੇ ਨੇ ਔਰ ਜਾਣਦੇ ਨੇ ਜੇ ਸਾਵੇਂ ਟੱਕਰ ਲਵਾਂਗੇ ਗੁਰੂ ਗੋਬਿੰਦ ਸਿੰਘ ਨੂੰ ਜਿੱਤਿਆ ਨਹੀਂ ਜਾ ਸਕਦਾ, ਪਿੱਠ ਤੇ ਵਾਰ ਕੀਤਾ ਜਾਵੇ। ਕੁਰਾਨੇ ਪਾਕ ਦੀ ਕਸਮ ਔਰੰਗਜ਼ੇਬ ਲਿਖ ਕੇ ਭੇਜਦਾ ਹੈ, ਗਊ ਦੀ ਕਸਮ ਬਾਈ ਧਾਰ ਦੇ ਰਾਜੇ ਉਠਾਉਂਦੇ ਨੇ। 5 ਵਕਤ ਦਾ ਨਮਾਜ਼ੀ ਅੱਲਾ ਯਾਰ ਖਾਂ ਉਹ ਮੁਸਲਮਾਨ ਲਿਖਦਾ ਹੈ, ਇਤਨੇ में इतला हुई के कासिद काया है, सरहंद के नावाब का पैगाम लाया है। ਹਲਕਾ ਰਾਹ ਵਿਨੈ ਪੱਤਰ ਲੈ ਕੇ ਆਉਂਦਾ ਹੈ, ਆਨੰਦਪੁਰ ਛੱਡ ਜਾਓ, ਆਪਣਾ ਝਗੜਾ ਟਲ ਜਾਵੇਗਾ। ਦੀਨ ਦੁਨੀਆ ਦੇ ਮਾਲਕ 6 ਪੋਹ ਦੀ ਰਾਤ ਆਨੰਦਾਂ ਦੀ ਪੁਰੀ ਛੱਡਦੇ ਨੇ। ਬਾਬਾ ਗੁਰਬਖਸ਼ ਦਾਸ ਉਦਾਸੀ ਮਹਾਂਪੁਰਸ਼, ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦੀ ਸੰਪਰਦਾਏ ਦਾ ਮਹਾਤਮਾ, ਉਹਨੂੰ ਆਨੰਦਾਂ ਦੀ ਪੁਰੀ ਦੇ ਗੁਰਧਾਮਾਂ ਦੀ ਸੇਵਾ ਸੌਂਪਦੇ ਨੇ। 7 ਪੋਹ ਦੇ ਅੰਮ੍ਰਿਤ ਵੇਲੇ ਸਰਸਾ ਦੇ ਕੰਢੇ ਆਸਾ ਦੀ ਵਾਰ ਲੱਗਦੀ ਹੈ। ਜਬ ਜਾਵ ਸਵਈਏ ਚੌਪੀ ਨੰਦ ਦਾ ਨਿਤਨੇਮ ਹੁੰਦਾ ਹੈ। ਕਸਮਾਂ ਵਾਅਦੇ ਤੋੜ ਕੇ ਪਹਿਮਾ ਸ਼ਿਕਨ ਲੋਕ ਇੱਥੇ ਪਿੱਠ ਤੇ ਹਮਲਾ ਕਰਦੇ ਨੇ। ਵਿਦਵਾਨ ਕਹਿੰਦੇ 4 ਦਿਸ਼ਾ ਤੋਂ ਘੇਰਾ ਪੈ ਗਿਆ ਗੁਰੂ ਗੋਬਿੰਦ ਸਿੰਘ ਨੂੰ। ਪਿੱਛੋਂ ਵਾਅਦਾ ਤੋੜ ਕੇ ਫੌਜ ਆ ਰਹੀ ਹੈ, ਅੱਗੇ ਬਰਸਾਤੀ ਨਦੀ ਸਰਸਾ ਦੇ ਵਿੱਚ ਹੜ੍ਹ ਆਇਆ, ਇਹ ਅੱਗਿਓਂ ਘੇਰਾ ਹੈ। ਹੁਣ ਥੱਲੇ ਪੋਹ ਦੇ ਮਹੀਨੇ ਠੰਡੀ ਸੀਤ ਪੱਥਰਾਂ ਤੋਂ ਪੈਰਾਂ ਨੂੰ ਚੜ੍ਹਦੀ ਹੈ, ਥੱਲਿਓਂ ਵੀ ਕਹਿੰਦੇ ਘੇਰਾ ਹੈ। ਉੱਧਰੋਂ ਉੱਪਰੋਂ ਵਰਖਾ ਹੋਣ ਲੱਗ ਪਈ। ਹੁਣ ਪੋਹ ਦੀ ਸੀਤ ਵਿੱਚ ਜਦੋਂ ਕਣੀਆਂ ਪੈਂਦੀਆਂ ਨੇ, ਸਰੀਰ ਨੂੰ ਚੀਰਦੀਆਂ ਨੇ। ਹਾਲਾਤ ਐਸੇ ਸਨ, ਬੜਾ ਘਮਸਾਨ ਦਾ ਯੁੱਧ ਸਰਸਾ ਦੇ ਕੰਢੇ ਕਲਗੀਧਰ ਪਾਤਸ਼ਾਹ ਨੇ ਲੜਿਆ ਔਰ ਬਾ ਕਮਾਲ ਪੁਰਜ਼ੋਰ ਕਲਮ ਨਾਲ ਅੱਲਾ ਯਾਰ ਖਾਂ ਬਿਆਨ ਕਰਦੇ ਨੇ। ਉਹ ਮਹਾਨ ਫਾਰਸੀ ਦੇ ਵਿਦਵਾਨ, वो कहते सतगुरों ने राजपूतों के शक्के छुड़ा दिए, मुगलों के जो वलवले थे वो भी मिटा दिए, कुश्तों की आन में पुश्ते लगा दिए। बड़े बड़े सुपने संजोई बैठे सन 22 धार दे राजे ते मुगल भी झटपट गुरु गोबिंद सिंह नूं बन के दिल्ली लै जावांगे, किले चों बाहर आ गए ने, पिठ ते हमला करके खुरा खोज मिटा देवांगे। अल्लाह यार खां कहंदा गुरु गोबिंद सिंह दी तलवार जदों चली है, सब 22 धार दे राजियां दे सुपने चकनाचूर हो गए। बड़े बड़े खानदानी तलवारीए मुगल पिछे नूं दौड़े ने। एक हल्ले दे नाल गुरु गोबिंद सिंह पातशाह ने तख्ता पलट दिता है और अल्लाह यार खां कहंदे 3 हिस्से लश्कर दुश्मन दा सरसा दे कंढे कलगीधर ने कट दिता है। लश्कर दी गिणती बहुतात विच सी। आप लिखदे ने अल्लाह यार खां, अदा की फौज के ना शुमारो हिसाब थे, सरदारे फौज एक नहीं 2 नवाब थे, राजे कई पहाड़ के हम रकाब थे,
ਸਿੰਘੋं से बिश्त चंद यह शैखो शाब थे 20 गुणा ਘੇਰਾ ਵੱਡਾ ਸੀ। ਖੈਰ ਗਿੱਦੜਾਂ ਦੀ ਡਾਰ ਸ਼ੇਰ ਦਾ ਕੁਝ ਨਹੀਂ ਵਿਗਾੜ ਸਕਦੀ। ਘੇਰੇ ਦਾ ਡਰ ਬੰਦੇ ਨੂੰ ਹੈ, ਬੰਦੇ ਦੀ ਜਾਤ ਦਾ ਡਰ ਬੰਦੇ ਨੂੰ ਹੁੰਦਾ ਹੈ, ਖੁਦਾ ਦੀ ਜਾਤ ਨੂੰ ਬੰਦੇ ਦਾ ਡਰ ਨਹੀਂ ਹੈ। ਖੁਦ ਖੁਦਾ ਹੈ ਗੁਰੂ ਗੋਬਿੰਦ ਸਿੰਘ। ਇਹ ਗਿਣਤੀਆਂ ਮਿਣਤੀਆਂ ਉਹਦੇ ਅੱਗੇ ਇਉਂ ਹੈ ਜਿਵੇਂ ਬਾਜ ਦੇ ਅੱਗੇ ਤਿੱਤਰਾਂ ਦੀ ਕੋਈ ਡਾਰ ਆ ਜਾਵੇ। ਉਡਾ ਕੇ ਰੱਖ ਦਿੱਤਾ ਕਲਗੀਧਰ ਨੇ। ਅੱਲਾ ਯਾਰ ਖਾਂ ਕਹਿੰਦੇ ਜਦੋਂ ਇੱਕ ਹਮਲੇ ਨਾਲ ਤਖਤਾ ਪਲਟ ਦਿੱਤਾ, ਫੌਜ ਪਿਛਾਂਹ ਹਟ ਗਈ ਦੁਸ਼ਮਣ ਦੀ। 7 ਪੋਹ ਵਾਲੇ ਦਿਨ ਫਿਰ ਕਲਗੀਧਰ ਪਾਤਸ਼ਾਹ ਨੇ ਹੁਕਮ ਕੀਤਾ, ਹੁਣ ਸਰਸਾ ਤੋਂ ਪਾਰ ਲੰਘੋ। ਬਹਾਵ ਤੇਜ ਸੀ, 3 ਹਿੱਸਿਆਂ ਵਿੱਚ ਪਰਿਵਾਰ ਵੰਡਿਆ ਗਿਆ। ਮਾਤਾ ਗੁਜਰੀ ਦੇ ਨਾਲ ਛੋਟੇ ਫਰਜ਼ੰਦ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਇੱਕ ਦਿਸ਼ਾ ਨੂੰ ਚੱਲ ਪਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਨਾਲ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, 5 ਪਿਆਰੇ ਇਹ ਇੱਕ ਦਿਸ਼ਾ ਨੂੰ ਚੱਲ ਪਏ। ਮਾਤਾ ਸੁੰਦਰੀ, ਮਾਤਾ ਸਾਹਿਬ ਕੌਰ, ਭਾਈ ਮਨੀ ਸਿੰਘ ਆਦਿਕ ਸਿੱਖਾਂ ਦੇ ਨਾਲ, ਸੇਵਕਾਂ ਦੇ ਨਾਲ ਰੋਪੜ ਥਾਣੀ ਹੁੰਦੇ ਦਿੱਲੀ ਨੂੰ ਚੱਲ ਪਏ। ਸੋ ਪਰਿਵਾਰ ਇੱਥੇ ਖੇਰੂ ਖੇਰੂ ਹੁੰਦਾ ਹੈ। ਵਿਦਵਾਨ ਲਿਖਦੇ ਨੇ, जोरावर और फत है जो दादी के साथ थे, दाएं की जग है वो चल दिए बाएं हाथ थे। ਆਪਾਂ ਯਤਨ ਕਰਦੇ ਹਾਂ ਸਾਕਾ ਸਰਹੰਦ ਮੁਕਰਰ ਸਮੇਂ ਦੇ ਵਿੱਚ ਸੁਣਾਇਆ ਜਾ ਸਕੇ, ਤੁਹਾਨੂੰ ਸ਼ਰਵਣ ਕਰਵਾਇਆ ਜਾ ਸਕੇ। ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਾਤਾ 7 ਪੋਹ ਨੂੰ ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਤੁਰੀ ਜਾ ਰਹੀ ਹੈ। ਕੋਲ ਇੱਕ ਖੁਰਜੀ ਹੈ। ਕੁਝ ਵਿਦਵਾਨ ਲਿਖਦੇ ਨੇ ਖੱਚਰ ਤੇ ਖੁਰਜੀ ਲੱਦੀ ਹੈ, ਕੁਝ ਘੋੜੀ ਲਿਖਦੇ ਨੇ। ਖੈਰ ਬਿਖੜਾ ਪੈਂਦਾ ਹੈ। ਮਾਤਾ ਗੁਜਰੀ ਬਿਰਧ ਅਵਸਥਾ ਵਿੱਚ ਹੈ ਤੇ ਇਹ ਕਠਨ ਪੈਂਡੇ ਦਾ ਹਾਣੀ ਨਹੀਂ ਹੈ ਸਰੀਰ। ਸੂਲਾਂ ਵਰਗੇ ਪੱਥਰ ਤਿੱਖੇ ਨੇ, ਛੋਟੇ ਛੋਟੇ ਕੋਮਲ ਸਾਹਿਬਜ਼ਾਦੇ ਜਿਨ੍ਹਾਂ ਦੇ ਚਰਨ ਪੱਥਰਾਂ ਨਾਲ ਟਕਰਾਉਂਦੇ ਨੇ। ਕੰਡਿਆਂ ਦਾ ਇਹ ਬਿਖੜਾ ਪੈਂਡਾ, ਤਿੱਖੇ ਨੁਕੀਲੇ ਪੱਥਰਾਂ ਤੇ ਚੱਲਣ ਦਾ ਇਹ ਪੈਂਡਾ ਜਿਹੜਾ ਹੈ ਨਾ, ਇਹ ਬੜਾ ਕਠਨ ਸੀ ਨਿਗਾਉਣਾ। ਨਾਲੇ ਇਹ ਉਹ ਕੋਮਲ ਜਿੰਦਾਂ ਨੇ ਜਿਨ੍ਹਾਂ ਨੂੰ ਪੈਰ ਭੂਏ ਨਹੀਂ ਲਾਉਣ ਦਿੱਤਾ ਸੀ ਖਿਡਾਵਿਆਂ ਨੇ, ਸੇਵਕਾਂ ਨੇ, ਸੇਵਾਦਾਰਾਂ ਨੇ। ਅੱਜ ਕੰਡਿਆਂ ਤੇ ਚੱਲਣਾ ਪੈ ਗਿਆ। ਤੁਰੇ ਜਾਂਦੇ ਨੇ ਤੇ ਜਿਵੇਂ ਬੱਚਿਆਂ ਦਾ ਸੁਭਾਅ ਹੁੰਦਾ ਹੈ ਵੀ ਕੋਈ ਘਟਨਾ ਸੁਖਾਲੀ ਜਾਂ ਦੁਖਦਾਇਕ ਘਰ ਵਿੱਚ ਵਾਪਰੇ ਤੇ ਉਹ ਸਵਾਲ ਜਵਾਬ ਬੜੇ ਕਰਦੇ ਨੇ। ਫਾਰਸੀ ਦੀ ਪੁਸਤਕ ਹੈ ਸ਼ਹੀਦਾਨੇ ਵਫਾ। ਅੱਲਾ ਯਾਰ ਖਾਂ ਲਿਖਦੇ ਨੇ, ਦਾਦੀ ਸੇ ਬੋਲੇ अपने सिपाही किधर गए, दरिया पे हमको छोड़ के राही किधर गए, अब्बा बजा के लश्कर शाही किधर गए, तड़पा के हाय सूरत माही किधर गए, भाई भी हमको भूल गए, शोके जंग में अपना ख्याल तक नहीं जोके तूफंग में। कहंदे दादी अपने जेड़े सिंह ने सिपाही ने नजरी नहीं आउंदे, दरिया दे कंढे विछड़े ने, उदों पहला बड़ी रौनक सी। पिता गुरु गोबिंद सिंह जिन्हां दी शान बादशाहां नालों वध के है, शाही लश्कर बड़े बड़े गांडीव सूरमे जिन्हां दे नाल रहिंदे सन, बापू नजरी नहीं आउंदा। भाई अज तक साडे तो कदे जुदा नहीं होए,
ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ। ਪਰ ਅਸੀਂ ਸਰਸਾ ਦੇ ਕੰਢੇ, ਦਰਿਆ ਦੇ ਕੰਢੇ ਇਹ ਤੱਕਿਆ ਹੈ ਵੀ ਇੰਨਾ ਸ਼ੌਂਕ ਚੜ੍ਹਿਆ ਉਹਨਾਂ ਨੂੰ ਜੰਗ ਲੜਨ ਦਾ, ਇੰਨੇ ਰੁੱਝ ਗਏ ਉਹ ਤੁਫੰਗ ਰਾਈਫਲਾਂ ਚਲਾਉਣ ਦੇ ਵਿੱਚ, ਸਾਡਾ ਖਿਆਲ ਭੁਲਾ ਦਿੱਤਾ ਉਹਨਾਂ ਨੇ, ਸਾਡੇ ਵੱਲ ਵੇਖਿਆ ਵੀ ਨਾ ਉਹਨਾਂ ਨੇ। ਤੇ ਦਾਦੀ ਹੁਣ ਜਦੋਂ ਆ ਕੇ ਮਿਲਣਗੇ ਤੇ ਅਸੀਂ ਉਹਨਾਂ ਨਾਲ ਬੋਲਣਾ ਨਹੀਂ ਹੈ। जब रन अजीत जीत के तशरीफ लाएंगे, अब्बा के साथ जिस घड़ी जुझार आएंगे, करके गिला हर एक से हम रूठ जाएंगे। माता कभी पिता कभी भाई मनाएंगे, हम गले लगा के वो कहेंगे बार बार, मान जाओ लेकिन हम नहीं मानेंगे जीन हार। वो जंग जित के आउणगे अजीत सिंह होनी, पिता जी आउणगे, मातावां आ जाणगियां, असीं मन्नना नहीं। वार वार सानू मनाउण लई वो यतन करनगे, गले नाल लाउणगे, गलवकड़ी विच लैणगे, पर असीं नहीं मन्नना। इउं कोमल जिंदा दादी नाल बचन कर रहीਆਂ ਨੇ ਤੇ ਇੱਕ ਦੂਜੇ ਨਾਲ ਵੀ ਸਲਾਹੀ ਪਏ ਨੇ। ਦੂਸਰਾ ਵੀਰ ਪੁੱਛਦਾ ਹੈ ਵੀ ਜੇ ਉਹਨਾਂ ਆ ਕੇ ਗਲਵਕੜੀ 'ਚ ਲੈ ਲਿਆ, ਗਲੋਂ ਹੀ ਨਾ ਉਤਾਰਿਆ, ਫਿਰ ਕਿਸੇ ਸ਼ਰਤ ਤੇ ਵੀ ਮਾਫੀ ਨਹੀਂ ਦੇਣੀ ਆਪਾਂ। ਕਹਿੰਦੇ ਜੇ ਇਕਰਾਰ ਕਰਨਗੇ ਤੇ इकरार लेंगे सबसे, भुलाना ना फिर कभी, बारे दिगर बिछड़ के जाना ना फिर कभी, सताना ना फिर कभी, हमको अकेले छोड़ के जाना ना फिर कभी, कह देते हैं यूं हमको रुलाना ना फिर कभी। इकरार लवांगे कहंदे भी अगां तो सानू इदां छड्ड के ना जाओ, बिखड़े पैंडियां दे हाणी ना बना दिओ। अल्लाह यार खान लिखते ने, बच्चों की गुफ्तगू जो सुनी दादी जान ने, बे इख्तियार रो दिया उस वाला शान ने। जदों दादी ने निक्कियां जिंदां दे प्यारे बचन सुने ते वैराग विच आ गई। खुद खुदा गुरु गोबिंद सिंह दी माता है और जहन विच ये समझ रखदी है भी हुण मिलाप होण वाला नहीं है। बच्चे तुरे जा रहे ने, पैंडा मुकदा जा रहा है। एक गल दा ख्याल रखियो, ये जिहड़ा विछोड़ा हुंदा है ना परिवार दा, प्यारियां दा, इनू बयान करना भी कठिन नहीं, श्रवण करना भी मुश्किल नहीं, पर ये जिहदे ते समा आवे वो तकलीफ उही समझदा है। बाणी दा फरमान है, विछोहे जंबूर खवे ना वंजन गाखड़े। जंबूर नाल कोई मास नोच के सुट दवे दुख ते हुंदा है, पर परिवार दे प्यारे दे विछोड़े नालों वध के दुख नहीं हुंदा। विछोड़े दा दुख बड़ा मुश्किल है चलना। मां तुरी जा रही है ते अंतर ध्यान ये फुरना उहदे अंदर आया है, ये सोच रही है। अल्लाह यार खान लिखते ने, दरपेश अनकरीब कोई इम्तिहान है, खतरे में दिख रही मुझे बच्चों की जान है। मां सोचती सी कोई वड्डा इम्तिहान आउण वाला है, बच्चियां दी जान मैनू खतरे विच लगदी है। पिसर विछड़िया, बहुआं विछड़ियां, सिर दे साईं गुरु तेग बहादुर साहब विछड़ गए। मैं नहीं डोली ते डोलना अज भी नहीं है। प्यारे पति को
पहले ही मैं हूँ कटा चुकी, कुदरत तेरी है सब्र मेरा अजमा चुकी। अकाल पुरख नाल बातां पाउंदी मां कहंदी मेरा सब्र तुसीं परखिया है, मैं अपना सुहाग भाग उजाड़ के भारत वर्ष दियां लखां माइयां नूं रंडियां होणों बचाया है। मेरा नाम गुजरी है, मैं दुखां लद्दा समा गुजारिया है, मैं नहीं डोली। परिवार विछड़ गया, मैं नहीं डोली। अज भी परमेश्वर तैनूं उलामा कोई नहीं है, बस बच्चों का फिक्र मैनू वध के इसलिए है, ये अमानत ने मेरे फरजंद गुरु गोबिंद सिंह दी, ये मेरियां बहुआं दी अमानत ने। ते जे इन्हां ते आंच आ गई देवने तैसी होई, ते मैं ये भी भाणा मनांगी। उलामा कोई नहीं, तेरे हुक्म दे विच मैं मस्तक ते कोई त्योड़ी नहीं पावांगी। क्यों माता विचार करदी तुरी जा रही सी। शामां पईयां, डरावना जंगल है, सुनसान रस्ता है, उजाड़ फैली हुई है। 7 पोह दी शाम 1761 बिक्रमी संमत माता जी बच्चियां नूं लैके पिंड ਚੱਕ ਢੇਰੇ पहुंचे ने। ये जिहड़ा ਚੱਕ ਢੇਰਾ पिंड है, ये सतलुज अते सरसा नदी दे सांझे पत्तन ते है, किनारे ते है। माता जी उत्थे पहुंचे तो एक करीम बख्श माशी दी कुली है। माशी मलाह नूं कहिंदे ने जो बेड़ी चलाउंदा है। गुरु कीआं साखियां विच उहनूं कुमा माशकी कहा गया है। असल विच नाम इहदा करमू सी। मुगलों ने धक्को जोरी करीम बख्श बना लिया, मुसलमान बना लिया सी। वो गुजारा करता है, बेड़ी चलाउंदा है। गुरु गोबिंद सिंह महाराज दे एक हजूरी कवि होए ने, 52 कवियां चों भाई दुन्ना सिंह हंडूरिया। जदों उन्हां दे बचन पढ़दे हो, वो जिक्र करते ने एक सक्का हिंदू तह आही, तुर्क जोर तह जन्म वटाही, कुम्मा ते कीमा तह कीना, तिस ही कै ग्रह बाशा लीना। कहंदे वो हिंदू जिहड़ा सी वो करीम बख्श बना लिया गया। कुम्मे माशकी दे घर माता जी साहिबजादियां नूं लैके टिके, ते घर की है, एक छोटी जी कुली है पतन दे कंढे। दुनिया का सब तो महान इतिहासकार कवि संतोख सिंह चूड़ामनी, दुनिया की सब तो लंबेरी काव रचना जिसने की है इतिहास की, गुरप्रताप सूरज ग्रंथ। एडे वड्डे ग्रंथां की जदों बात चलती है तो उदों महाभारत का ही जिक्र आउंदा है। उहदे च बड़े काव दे छंद ने, पर उहदे च कई सवैये, कई प्रसंग मिलावट वजों भी आए ने। वैसे कवि संतोख सिंह होना जिड्डी कोई काव दी रचना लंबेरी नहीं कर सकिया। मूर्ख बंदे जिहड़े ब्रिज भाषा नहीं समझते, वो किंतु परंतु भी बड़ा करते उन्हां दीयां लिखतां ते। आउंदी अपनी मदर टंग पंजाबी नहीं ते हथ गांह पाउंदे ने परशियन नूं, ब्रिज भाषा नूं, संस्कृत नूं। जिस फील्ड बाबत कोई जानकारी ना होवे ना, उहदे ते टीका टिप्पणी नहीं करनी चाहिए। जे उहदे नाल रिगार्डिंग कोई समझ है तो फिर गल करनी बनती है। ब्रिज भाषा आउंदी किहनूं है इन्हां चों, जिन्ने क तर्क करते हैं गुरप्रताप सूरज ग्रंथ ते। वो महापुरुष लिखते ने भी गुरु गोबिंद सिंह पातशाह दे ये जिहड़े फरजंद ने, ये जिहड़ा परिवार है, ये सतलुज के कंढे रात रुकिया है। उन्हें भी गवाही भरी है। श्री गुजरी विच सियंदन के जुग नंदन के नंद संग चढ़ाई, ताहे सुभाख करी समझावन ले अगवान चले सहाई।
ਏਕ ਦੂ ਰਾਤ ਕਹੂੰ ਬਸ ਕੈ, ਤਟ ਸੌਦਰਵ ਕੇ ਗਮਨੇ ਇਕ ਥਾਈ। ਸਤਲੁਜ ਦੇ ਤਟ ਰਾਤ ਗੁਜ਼ਾਰੀ ਹੈ ਮਾਤਾ ਨੇ। ਜਦੋਂ ਮਾਤਾ ਜੀ ਇਹਦੀ ਕੁੱਲੀ ਵਿੱਚ ਪਹੁੰਚੇ ਘੁੰਮੇ ਮਾਸ਼ਕੀ ਦੀ, ਇਹ ਉਸੇ ਵੇਲੇ ਚੱਕ ਢੇਰੇ ਪਿੰਡ ਗਿਆ ਜਿੱਥੇ ਬਹੁਤੇ ਲੋਕਾਂ ਦੀ ਰਿਹਾਇਸ਼ ਸੀ। ਇੱਕ ਮਾਤਾ ਲక్ష్ਮੀ ਸੀ ਬ੍ਰਾਹਮਣੀ, ਉਹਨੂੰ ਜਾ ਕੇ ਦੱਸੀ ਹੈ ਸਾਰੀ ਗਾਥਾ ਗੁਰੂ ਕੇ ਸੁਤਨ ਕੀ। ਉਹਨੇ ਕੁਝ ਭੋਜਨ ਦਿੱਤਾ, ਉਹ ਲਿਆ ਕੇ ਘੁੰਮੇ ਮਾਸ਼ਕੀ ਨੇ ਗੁਰੂ ਪਰਿਵਾਰ ਨੂੰ ਛਕਾਇਆ, ਕੁੱਲੀ ਵਿੱਚ ਆਸਣ ਲਵਾਇਆ ਤੇ ਆਪ ਤਾਰਿਆਂ ਦੀ ਲੋਏ ਬਾਹਰ ਲੇਟਿਆ ਹੈ। ਕਹਿੰਦੇ ਅੱਗੇ ਜਦੋਂ ਵੀ ਥੱਕ ਟੁੱਟ ਕੇ ਆਉਂਦਾ ਸੀ ਤੇ ਲੇਟਦਿਆਂ ਹੀ ਅੱਖ ਲੱਗ ਜਾਂਦੀ ਸੀ, ਅੱਜ ਅੱਖ ਨਹੀਂ ਲੱਗੀ। ਅੱਜ ਸਾਰੀ ਰਾਤ ਵੈਰਾਗ ਦੇ ਵਿੱਚ ਰਿਹਾ ਔਰ ਗਲੂਏ ਦੇ ਬੋਲ ਸਨ, ਐ ਗੁਰੂ ਗੋਬਿੰਦ ਸਿੰਘ ਤੁਹਾਡਾ ਪਰਿਵਾਰ, ਤੁਹਾਡਾ ਸੰਸਾਰ ਗਰੀਬਾਂ ਲਈ, ਦੀਨਾਂ ਲਈ ਉਜੜ ਗਿਆ। ਮਹਾਰਾਜ ਘਰੋਂ ਬੇਘਰ ਹੋ ਗਏ। ਭਾਰਤ ਵਰਸ਼ ਨੂੰ, ਮਜ਼ਲੂਮ ਨੂੰ ਨਿਜਾਤ ਦਿਵਾਉਂਦੇ ਦਿਵਾਉਂਦੇ ਇਹ ਸਾਰਾ ਉਜਾੜਾ ਕਰਵਾ ਲਿਆ। ਕਿਤਨੇ ਮਹਾਨ ਪਰਉਪਕਾਰੀ ਹੋ ਤੁਸੀਂ। ਬਾਣੀ ਦਾ ਫਰਮਾਨ ਹੈ, ਸਤਿਗੁਰ ਕੀਨੋ ਪਰ ਉਪਕਾਰ। ਗੁਰੂ ਪਰਉਪਕਾਰੀ ਹੈ, ਹਰੇਕ ਤੇ ਕਿਰਪਾ ਕਰਨ ਵਾਲਾ ਹੈ। ਕਾਢ ਲੀਨ ਸਾਗਰ ਸੰਸਾਰ, ਰੋਗਾਂ ਸੋਗਾਂ ਨੂੰ ਹਰਨ ਵਾਲੇ ਨੇ ਪਾਤਸ਼ਾਹ। ਰਾਤ ਸੋਚਦਿਆਂ ਸੋਚਦਿਆਂ ਲੰਘੀ, ਸਵੇਰ ਹੋਈ ਤੇ ਮਾਤਾ ਲక్ష్ਮੀ ਘਰੋਂ ਭੋਜਨ ਬਣਾ ਕੇ ਘੁੰਮੇ ਮਾਸ਼ਕੀ ਦੀ ਕੁੱਲੀ ਆਈ। 8 ਪੋਹ ਦੀ ਸਵੇਰ, ਜਲ ਪਾਣੀ ਛਕਾਇਆ ਹੈ ਤੇ ਉੱਥੇ ਮਾਤਾ ਜੀ ਨੇ ਖੁਸ਼ ਹੋ ਕੇ ਘੁੰਮੇ ਮਾਸ਼ਕੀ ਨੂੰ ਕੁਝ ਪੈਸੇ ਦਿੱਤੇ ਤੇ ਮਾਤਾ ਲక్ష్ਮੀ ਨੂੰ ਕੁਝ ਸੋਨੇ ਦੇ ਗਹਿਣੇ ਦਿੱਤੇ। ਇੱਥੇ ਬਸ ਜਿਹੜਾ ਗੰਗੂ ਹੈ ਉਹਦੀ ਨਜ਼ਰ ਸੋਨੇ ਦੀਆਂ ਮੋਹਰਾਂ ਤੇ ਖੁਰਜੀ ਤੇ ਪੈ ਜਾਂਦੀ ਹੈ ਵੀ ਇਹਦੇ ਵਿੱਚ ਕੀ ਹੈ। ਪਹਿਲਾਂ ਬੇਈਮਾਨ ਨਹੀਂ ਸੀ, ਵਫਾਦਾਰ ਹੀ ਸੀ, ਪਰ ਮਾਇਆ ਦੀ ਚਮਕ ਐਸੀ ਹੈ ਵੱਡੇ ਵੱਡੇ ਨਮਕ ਹਰਾਮੀ ਹੋ ਜਾਂਦੇ ਨੇ। ਇਹ ਖੇਡ ਕੁਝ ਐਸੀ ਹੈ। ਗੰਗੂ ਰਸੋਈਏ ਦਾ ਮਨ ਡੋਲਣ ਲੱਗ ਪਿਆ ਹੈ। ਇੱਥੋਂ ਚੱਲਿਆ ਹੈ ਗੁਰੂ ਪਰਿਵਾਰ। ਘੁੰਮੇ ਮਾਸ਼ਕੀ ਨੇ ਪਤਨੋਂ ਪਾਰ ਕੀਤਾ ਬੇੜੀ 'ਚ ਬਿਠਾ ਕੇ। 8 ਪੋਹ ਨੂੰ ਤੁਰੇ ਜਾ ਰਹੇ ਨੇ। ਹੁਣ ਗੰਗੂ ਦੇ ਮਨ ਵਿੱਚ ਇਹ ਵਿਚਾਰ ਹੈ ਵੀ ਇਹ ਕਿਸੇ ਤਰ੍ਹਾਂ ਮਾਤਾ ਨੂੰ ਘਰ ਲੈ ਜਾਵਾਂ ਤੇ ਧੋਖੇ ਦੇ ਨਾਲ ਇਹਨਾਂ ਦਾ ਖੁਰਾ ਖੋਜ ਮਿਟਾ ਕੇ ਇਹ ਮਾਇਆ ਲੁੱਟ ਲਵਾਂ, ਤੇ ਜਿੰਨਾ ਚਿਰ ਮਾਇਆ ਮੇਰੇ ਹੱਥ ਨਹੀਂ ਚੜ੍ਹਦੀ ਓਨਾ ਚਿਰ ਮੈਂ ਸਾਥ ਨਹੀਂ ਛੱਡਣਾ। ਇਹ ਨਾ ਸਮਝਿਓ ਵੀ ਗੰਗੂ ਮਦਦ ਕਰਨ ਲਈ ਨਾਲ ਤੁਰਿਆ ਜਾ ਰਿਹਾ ਹੈ, ਨਹੀਂ। ਉਹਨੂੰ ਇਸ ਗੱਲ ਦੀ ਸਮਝ ਆਇਆ ਵੀ ਜੇ ਗੁਰੂ ਪਰਿਵਾਰ ਦੇ ਨਾਲ ਪਕੜੇ ਗਏ ਤੇ ਮੁਗਲਿਆ ਸਲਤਨਤ ਨੇ ਕੋਲੂ ਪੀੜ ਦੇਣਾ ਹੈ, ਬੜੀ ਭਿਅੰਕਰ ਸਜ਼ਾ ਮਿਲੇਗੀ। ਉਹ ਆਪਣਾ ਦਾਅ ਲਾਉਣ ਤੇ ਹੈ। ਦੂਸਰਾ ਉਹਦੇ ਅੰਦਰ ਚੇਤਵਨੀ ਹੈ, ਜੇ ਪਕੜੇ ਜਾਵਾਂਗੇ ਤੇ ਆਖਾਂਗੇ ਮੈਂ ਤੇ ਇਹਨਾਂ ਨੂੰ ਤੁਹਾਡੀ ਗ੍ਰਿਫਤ ਵਿੱਚ ਪਹੁੰਚਾਉਣ ਲਈ ਨਾਲ ਆ ਰਿਹਾ ਹੈ, ਸਰਕਾਰ ਤੋਂ ਵੀ ਨਾਮ ਲੈ ਲਵਾਂਗਾ। ਸੋਚ ਕੁਝ ਐਸੀ ਸੀ ਗੰਗੂ ਦੀ। ਹੁਣ ਤੁਰੇ ਜਾ ਰਹੇ ਨੇ ਤੇ ਰੋਪੜ ਦੇ ਕਰੀਬ ਪਹੁੰਚੇ ਨੇ। ਮਾਤਾ ਜੀ ਨੂੰ ਉਹ ਕਪਟੀ ਬੰਦਾ ਆਖਣ ਲੱਗਾ, ਮਾਂ ਰੋਪੜ ਕਸਬੇ ਵਿੱਚ ਪਹਿਰਾ ਬੜਾ ਸਖਤ ਹੁੰਦਾ ਹੈ ਫੌਜਾਂ ਦਾ, ਤੇ ਕਿਧਰੇ ਕਾਬੂ ਆ ਗਏ ਤੇ ਮੁਸ਼ਕਿਲ ਖੜੀ ਹੋ ਜਾਵੇਗੀ। ਮੇਰਾ ਨਗਰ ਨਜ਼ਦੀਕ ਹੈ, ਰਸਤਾ ਮੈਂ ਜਾਣਦਾ, ਜੰਗਲ ਰਸਤੇ ਚੱਲਦੇ ਆ ਰੋਪੜ ਤੋਂ ਬਾਹਰ ਬਾਹਰ, ਤੇ ਜਿੰਨਾ ਸਮਾਂ ਤੁਸੀਂ ਚਾਹੁੰਦੇ ਹੋ ਮੇਰੇ ਘਰ ਰਹਿ ਸਕਦੇ ਹੋ। ਜਦੋਂ ਹਾਲਾਤ ਕੁਝ ਬਦਲਣਗੇ ਤੇ ਗੁਰਾਂ ਤਾਈਂ ਤੁਹਾਨੂੰ ਪਹੁੰਚਾ ਦੇਵਾਂਗਾ। ਅਸਲ ਇਹ
ਜਾਣਦਾ ਸੀ ਵੀ ਨਿਹੰਗ ਖਾਂ ਪਠਾਨ ਗੁਰਾਂ ਦਾ ਸੇਵਕ ਹੈ। ਰੋਪੜ ਵੱਲ ਨੂੰ ਗਏ, ਕਿਧਰੇ ਮਿਲ ਪਿਆ, ਗੁਰੂ ਪਰਿਵਾਰ ਉਹਦੇ ਹੱਥ ਆ ਗਿਆ ਤੇ ਉਹਨੇ ਗੁਰੂ ਗੋਬਿੰਦ ਸਿੰਘ ਤਾਈਂ ਪਰਿਵਾਰ ਪਹੁੰਚਾ ਦੇਣਾ ਤੇ ਮੇਰਾ ਦਾ ਨਹੀਂ ਲੱਗਣਾ, ਮਾਇਆ ਕਿਵੇਂ ਚੁਰਾਵਾਂਗਾ। ਸੋ ਜਾਣ ਬੁੱਝ ਕੇ ਰੋਪੜ ਦੇ ਬਾਹਰ ਪਹੁੰਚ ਕਰਕੇ ਰਸਤਾ ਜਿਹੜਾ ਸੀ ਇਸਨੇ ਹੋਰ ਲੈਣਾ ਕੀਤਾ ਹੈ। ਬੜੇ ਬੜੇ ਇਤਿਹਾਸਕਾਰ ਆਪਣੀਆਂ ਪੁਰਜ਼ੋਰ ਕਲਮਾਂ ਚਲਾਉਂਦੇ ਹੋਏ ਇਹ ਗੱਲ ਲਿਖਦੇ ਨੇ। ਅੱਲਾ ਯਾਰ ਖਾਂ ਲਿਖਦੇ ਨੇ, ਗੰਗੂ ਰਸੋਈਏ ਨੇ ਜੋ ਦੇਖਾ ਯਹ ਇਜ਼ਤਿਰਾਬ, ਮਾਤਾ के सतगुरु की किया इसने यह खिताब, गांव मेरा करीब है चलिए वहाँ जनाब, मांगे उठा के आइए पीछे मेरे शिताब। माता जी मेरा करीब है गांव, चलो मेरे नाल तुरे चलो। ठीक है माता जी चल पे। जदों गुरबिलास पातशाही 10वीं पढ़ते हो ना, भाई सुखा सिंह ने भी लिखिया है, हुतो मसंद नीच एक पापी, बिप बंस चंडार सो खापी, रोपड़ ते वह राहो भुलाई, निजपुर को लै गयो कसाई। रोपड़ तो रस्ता भुला के अपने पिंड वाल नूं लै तुरदा है। पिंड ਚੱਕ ਢੇਰੇ ਤੋਂ ਚੱਲੇ ਨੇ 8 ਪੋਹ ਨੂੰ ਤੇ 8 ਪੋਹ ਦੀਆਂ ਸ਼ਾਮਾਂ ਨੂੰ ਇਹ ਪਿੰਡ ਕਾਈਨੌਰ ਪਹੁੰਚਦੇ ਨੇ। ਕਾਈਨੌਰ ਤੋਂ 2 ਕਿਲੋਮੀਟਰ ਅੱਗੇ ਦਾ ਪਿੰਡ ਸਹੇੜੀ ਆਉਣ ਵਾਲਾ ਹੈ। 8 ਪੋਹ ਦੀ ਰਾਤ ਇੱਕ ਤਲਾਅ ਤੇ ਕੱਟੀ ਹੈ ਪਿੰਡ ਕਾਈਨੌਰ, ਜਿੱਥੇ ਗੁਰਦੁਆਰਾ ਬਾਬੇ ਸ਼ਹੀਦਾਂ ਬਣਿਆ ਹੈ। ਉੱਥੇ ਟਿਕੇ ਨੇ। ਸਾਰੀ ਰਾਤ ਜਾਗਦਾ ਰਿਹਾ ਗੰਗੂ ਵੀ ਕਦੋਂ ਦਾ ਲੱਗੇ, ਮਾਇਆ ਲੈ ਕੇ ਦੌੜ ਜਾਵਾਂ, ਪਰ ਗੱਲ ਨਹੀਂ ਬਣੀ। ਤੁਸੀਂ ਇੱਕ ਪੁਸਤਕ ਪੜ੍ਹਨ ਦਾ ਯਤਨ ਕਰਿਓ, ਸਿੰਘ ਸਾਗਰ, ਭਾਈ ਵੀਰ ਸਿੰਘ ਨੇ ਲਿਖੀ ਹੈ, ਪਟਿਆਲੇ। ਵੀਰ ਸਿੰਘ ਜੀ ਬਲ ਕਰਕੇ ਉਹ ਮਸ਼ਹੂਰ ਹੋਏ ਨੇ। ਉਹ ਲਿਖਦੇ ਨੇ, ਇਹ ਇੱਕ ਰਾਤ ਪਿੰਡ ਕਾਈਨੌਰ ਕੱਟੀ। ਜੋਰਾਵਰ ਸਿੰਘ ਫਤਿਹ ਸਿੰਘ गुजरी माता साथ, काईनौर के तलके वसे एक पुर रात। एक रात उथे कटी तलाब दे कंढे। हुण जे आपां अज कल गिणतियां मिणतियां विच पईए ते ਚੱਕ ਢੇਰੇ ਤੋਂ ਪਿੰਡ ਕਾਈਨੌਰ ਰੋਪੜ ਵਿੱਚ ਦੀ ਜਾਈਏ ਤੇ ਕੋਈ 27 ਕਿਲੋਮੀਟਰ ਬਣਦਾ ਹੈ। ਇੰਨਾ ਪੈਂਡਾ ਤੈਅ ਕੀਤਾ ਗਿਆ। ਖੈਰ 9 ਪੋਹ ਦੀ ਸੁਬਾਹ ਹੋਈ। ਕਹਿੰਦਾ ਮਾਤਾ ਜੀ ਪਿੰਡ ਸਹੇੜੀ ਮੇਰਾ ਨਜ਼ਦੀਕ ਹੈ, ਚਲੋ ਆਪਾਂ ਉੱਥੇ ਚੱਲਦੇ ਹਾਂ, ਫਿਰ ਉੱਥੇ ਭੋਜਨ ਕਰਾਂਗੇ। ਪਿੰਡ ਵੱਲ ਨੂੰ ਲੈ ਤੁਰਿਆ। ਪਿੰਡ ਤੋਂ ਬਾਹਰ ਕੋਈ ਕਿਲੋਮੀਟਰ ਇੱਕ ਢੱਕ ਸੀ, ਉਜਾੜ ਸੀ। ਉੱਥੇ ਮਾਤਾ ਜੀ ਨੂੰ ਕਾਹਕਾਨੇ ਵਿੱਚ ਬਿਠਾ ਦਿੱਤਾ ਬੱਚਿਆਂ ਸਮੇਤ। ਇਸ ਢੱਕ ਦੀ ਗਵਾਹੀ ਭਾਈ ਰਤਨ ਸਿੰਘ ਭੰਗੂ, ਸਭ ਤੋਂ ਆਪਣੇ ਪ੍ਰਾਚੀਨ ਇਤਿਹਾਸਕਾਰ, ਭਰਦੇ ਨੇ। ਲੈ ਮਾਤੋ ਨਿਜ ਗਇਓ ਗ੍ਰਾਮ ਸਹੇੜੀ ਥੇ ਉਸਕੋ ਨਾਮ, ਜਾਏ ਉਜਾੜ ਮਦ ਢੱਕ ਬਹਾਈ, ਚੀਜ਼ ਸਭੀ ਉਨ ਕਰੀ ਕਬਜਾਈ। ਢੱਕ ਵਿੱਚ ਕਹਿੰਦੇ ਮਾਤਾ ਜੀ ਨੂੰ ਬਿਠਾ ਦਿੱਤਾ। ਡਰਦਾ ਸੀ ਕਿਧਰੇ ਪਿੰਡ ਸਿੱਧਾ ਲੈ ਗਿਆ ਤੇ ਮੁਗਲ ਨਾ ਪਕੜ ਲੈਣ। ਭਾਵੇਂ ਸਫਾਈਆਂ ਦਵਾਂ ਹੀ ਵੀ ਮੈਂ ਗ੍ਰਿਫਤ ਵਿੱਚ ਤੁਹਾਡੇ ਲੈ ਕੇ ਆਇਆ ਗੁਰੂ ਪਰਿਵਾਰ ਨੂੰ, ਜੇ ਉਹ ਨਾ ਮੰਨੇ ਤੇ ਸਜ਼ਾ ਵੀ ਦੇ ਸਕਦੇ ਨੇ, ਨਾਮ ਦੀ ਜਗ੍ਹਾ। ਸੋ ਢੱਕ ਵਿੱਚ ਬਿਠਾ ਗਿਆ ਤੇ ਮਾਤਾ ਜੀ ਨੂੰ ਕਹਿੰਦਾ ਤੁਸੀਂ ਰੁਕੋ, ਮੈਂ ਮਾਹੌਲ ਵੇਖ ਆਵਾਂ ਪਿੰਡ ਕੀ ਹੈ। ਪਿੰਡ ਗਿਆ। ਉੱਥੇ ਡੰਕੇ ਤੇ ਚੋੜ ਤੇ ਐਲਾਨ ਹੋ ਰਿਹਾ ਸੀ, ਜਿਹੜਾ ਗੁਰੂ ਪਰਿਵਾਰ ਦੀ, ਗੁਰੂ ਦੀ ਮਦਦ ਕਰੇਗਾ, ਬਾਗੀ ਗੁਰੂ ਦੀ ਮਦਦ ਕਰਨ ਦੇ ਸਬੰਧ ਵਿੱਚ ਉਸ ਨੂੰ ਕੋਹਲੂ ਪੀੜਿਆ ਜਾਵੇਗਾ। ਜਿਹੜਾ ਗੁਰੂ ਪਰਿਵਾਰ ਨੂੰ ਸਾਡੀ ਗ੍ਰਿਫਤ ਵਿੱਚ ਲੈ ਆਵੇਗਾ ਉਹਨੂੰ ਇਨਾਮ ਦਿੱਤਾ ਜਾਵੇਗਾ।
ਇਹ ਪਿੰਡ ਫਿਰਦਾ ਰਿਹਾ, ਮਾਤਾ ਜੀ ਉਡੀਕਦੇ ਰਹੇ, ਇਹ ਜਲਦੀ ਮੁੜਿਆ ਨਾ। ਤੇ ਉੱਥੇ ਇੱਕ ਕੁੱਲੀ ਸੀ ਕਿਸੇ ਮਸਤ ਫਕੀਰ ਦੀ, ਮਾਤਾ ਜੀ ਉੱਥੇ ਟਿਕ ਗਏ। ਉਹ ਫਕੀਰ ਟਹਿਲਦਾ ਟਹਿਲਦਾ ਉੱਥੇ ਆ ਗਿਆ, ਅਜਨਬੀ ਚਿਹਰੇ ਵੇਖੇ, ਮਾਤਾ ਜੀ ਨੂੰ ਨਮਸਕਾਰ ਕਰਕੇ ਪੁੱਛਦਾ ਹੈ, ਇੱਥੇ ਕਿਵੇਂ? ਹੁਣ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਨੇ, ਭੇਦ ਨਹੀਂ ਦੇਣਗੇ, ਜਾਣਦੇ ਨੇ ਹਾਲਾਤ ਅਨੁਕੂਲ ਨਹੀਂ ਚੱਲ ਰਹੇ। ਸਹਿ ਸੁਭਾਅ ਕਹਿੰਦੇ ਬਸ ਐਵੇਂ ਹੀ ਬੈਠੇ ਆ। ਉੱਥੇ ਗੁਰਦੁਆਰਾ ਅਹਿਮਦ ਸਾਹਿਬ ਬਣਿਆ ਅੱਜ ਕੱਲ੍ਹ। ਇੱਥੇ ਕੁਝ ਸਮਾਂ ਰੁਕੇ ਨੇ ਤੇ ਜਦੋਂ ਸ਼ਾਮਾਂ ਪੈ ਗਈਆਂ, ਹਨੇਰਾ ਹੋਣ ਲੱਗਾ, ਗੰਗੂ ਆਇਆ ਤੇ ਮਾਤਾ ਜੀ ਨੂੰ ਨਾਲ ਲੈ ਲਿਆ, ਸਾਹਿਬਜ਼ਾਦੇ ਲੈ ਲਏ, ਇੱਥੋਂ ਆਪਣੇ ਪਿੰਡ ਸਹੇੜੀ ਜਿੱਥੇ ਦੀ ਵਸੋਂ ਸੀ ਉੱਥੇ ਲੈ ਜਾਂਦਾ ਹੈ। ਜਾਂਦਿਆਂ ਹੀ ਆਪਣੀ ਮਾਂ ਨੂੰ ਆਖਣ ਲੱਗਾ, ਮਾਈ ਸੋਭੀ ਨੂੰ, ਵੀ ਇਹ ਮਾਤਾ ਦੇ ਕੋਲ ਗਹਿਣਾ ਹੈ, ਮੋਹਰਾਂ ਨੇ ਮਾਇਆ ਹੈ, ਖੁਰਜੀ ਭਰੀ ਹੋਈ ਹੈ, ਭੋਜਨ ਵਿੱਚ ਜ਼ਹਿਰ ਪਾ ਦੇ। ਗੁਰੂ ਦੇ ਫਰਜ਼ੰਦ ਮਿਟ ਜਾਣ, ਮਾਤਾ ਮਿਟ ਜਾਵੇ, 7 ਪੁਸ਼ਤਾਂ ਤਾਈਂ ਧਨ ਨਹੀਂ ਮੁੱਕੇਗਾ, ਸੋਨੇ ਦੀਆਂ ਮੋਹਰਾਂ ਨੇ। ਮਾਤਾ ਸੋਭੀ ਨੇ ਜਵਾਬ ਦਿੱਤਾ ਸੀ ਵੀ ਇਹ ਠੀਕ ਨਹੀਂ ਹੈ, ਤੂੰ ਨਮਕ ਹਰਾਮ ਕਰ ਰਿਹਾ ਹੈ। ਮਾਤਾ ਨਹੀਂ ਮੰਨੀ। ਵੈਸੇ ਇੱਥੇ ਇੱਕ ਥੋੜਾ, ਕਰੋੜਾਂ ਹਰਾਮ ਖੋਰ ਨੇ। ਬਾਣੀ 'ਚ ਰੋਜ਼ ਤੇ ਪੜ੍ਹਦੇ ਹੋ ਤੁਸੀਂ, ਅਸੰਖ ਚੋਰ ਹਰਾਮ ਖੋਰ, ਜਿਹੜੇ ਕਿਸੇ ਦਾ ਖਾ ਕੇ ਮੁੱਲ ਨਹੀਂ ਪਾਉਂਦੇ, ਅਕ੍ਰਿਤ ਕਣਤਾ ਤੇ ਉਤਰਦੇ ਨੇ, ਅਹਿਸਾਨ ਫਰਾਮੋਸ਼ ਬਣ ਜਾਂਦੇ ਨੇ, ਬੜੇ ਨੇ ਦੁਨੀਆ ਤੇ। ਇਹ ਗੰਗੂ, ਚੰਦੂ, ਸੁੱਚਾਨੰਦ, ਇਹ ਸਾਰੇ ਉਹਨਾਂ ਚੋਂ ਨੇ, ਅਕ੍ਰਿਤ ਕਣਾਂ ਚੋਂ। ਰਾਤ ਮਾਤਾ ਜੀ ਆਰਾਮ ਫਰਾਮੋਸ਼ ਹੋਏ, ਸਾਹਿਬਜ਼ਾਦੇ ਬਾਹਾਂ ਤੇ ਪਏ ਨੇ, ਗਲੂਏ 'ਚ ਲੈ ਕੇ ਮਾਈ ਪਈ ਹੋਈ ਹੈ। ਅੱਲਾ यार खां ਲਿਖਦੇ ਨੇ, ਮਾਤਾ ਕੇ ਸਾਥ ਡੱਬਾ ਥਾ ਇੱਕ ਜ਼ੇਵਰਾਤ ਕਾ, ललचा जिसे था देख के जी बद सिफात का, कहते हैं कि जब वक्त हुआ आधी रात का, जी में किया ना खौफ कुछ आका की मात का, मोहरों का बदरा और वो डब्बा उड़ा गया, धोखे से बरहमन वो खजाना चुरा गया। ਬਦਸਿਫਾਤ ਬੰਦਾ, ਔਗਣਾਂ ਨਾਲ ਭਰਿਆ ਬੰਦਾ, ਆਪਣੇ ਆਕਾ ਦੀ ਮਾਂ ਦਾ ਖੌਫ ਨਾ ਮੰਨਿਆ, ਜਿਨ੍ਹਾਂ ਦਾ ਸਾਰਾ ਜੀਵਨ ਨਮਕ ਖਾਂਦਾ ਰਿਹਾ, ਹਰਾਮ ਕਰਨ ਤੇ ਤੁਲ ਗਿਆ। ਬਾਣੀ ਕੀ ਕਹਿੰਦੀ ਹੈ? ਕੀਆ ਨਾ ਜਾਣੈ ਆ ਕਿਰਤ ਘਣ ਵਿੱਚ ਜੋਨੀ ਫਿਰਤੇ। ਅਕਿਰਤ ਘਣ ਨੂੰ ਕੀ ਮਿਲਦਾ ਹੈ? ਕਈ ਜਨਮ ਪਏ, ਕੀਟ ਪਤੰਗਾ, 1,84 ਜੋਨ ਪਰਮਾਇਆ, 84 ਲੱਖ ਜੂਨਾ। ਬੜੇ ਬੜੇ ਇੰਗਲਿਸ਼ ਦੇ ਟੀਕਾਕਾਰ ਵੀ ਲਿਖਦੇ ਨੇ, ਦਾ ਅਨਗ੍ਰੇਟਫੁਲ ਰੈਚ, ਹੀ ਵਾਂਡਰਸ ਲੋਸਟ ਇਨ ਰੀਇਨਕਾਰਨੇਸ਼ਨਸ ਅਗੇਨ ਐਂਡ ਅਗੇਨ। ਲੱਖਾਂ ਜੂਨਾਂ ਵਿੱਚ ਆਉਂਦਾ ਹੈ ਉਹ। ਇਹ ਬੜੇ ਬੜੇ ਡਾਕਟਰੇਟ ਹਾਸਲ ਵਿਦਵਾਨਾਂ ਦੇ ਕੀਤੇ ਅਰਥ ਨੇ। ਕਈ ਕਹਿ ਦਿੰਦੇ 84 ਲੱਖ ਜੂਨਾਂ ਹੁੰਦੀਆਂ ਹੀ ਨਹੀਂ। ਖੈਰ, ਅਕਿਰਤ ਘਣ ਨੂੰ ਸਭ ਤੋਂ ਬੁਰਾ ਮੰਨਿਆ ਗਿਆ ਹੈ। ਭਾਈ ਗੁਰਦਾਸ ਜੀ ਦੇ ਇੱਥੋਂ ਤੱਕ ਕਹਿੰਦੇ ਕਹਿੰਦੇ ਧਰਤੀ ਕਹਿੰਦੀ ਮੈਨੂੰ ਪਰਬਤ ਭਾਰੇ ਨਹੀਂ ਲੱਗਦੇ, ਚਾਹੇ ਅਸਮਾਨ ਨੂੰ ਛੂੰਹਦੇ ਹੋਣ। ਮੈਨੂੰ ਵਨਸਪਤੀ ਭਾਰੀ ਨਹੀਂ ਲੱਗਦੀ, ਕਰੋੜਾਂ ਕਿਲੇ ਮੇਰੀ ਹਿੱਕ ਤੇ ਵਸ ਜਾਣ, ਮੈਨੂੰ ਭਾਰੇ ਨਹੀਂ ਲੱਗਦੇ। ਨਾ ਨਦੀਆਂ, ਨਾ ਨਾਲੇ, ਨਾ ਸਾਗਰ ਭਾਰੇ ਲੱਗਦੇ ਨੇ। ਨਾ ਤਿਸ ਭਾਰੇ ਜੀ ਜੰਤ, ਅਣਗਣਤ ਫਿਰੰਦੇ, ਭਾਰੇ ਭੂਈ ਅਕਿਰਤ ਕਣ ਮੰਦੀ ਹੋ,
ਮੰਦੇ ਮੈਨੂੰ ਭਾਰ ਜਾਪਦਾ ਹੈ ਜਦੋਂ ਕੋਈ ਅਕ੍ਰਿਤ ਕਣ ਮੇਰੀ ਹਿੱਕ ਤੇ ਤੁਰਦਾ ਹੈ, ਜੋ ਕਿਸੇ ਦਾ ਕੀਤਾ ਨਾ ਜਾਣੇ। ਖੈਰ ਇਹਨੇ ਸਭ ਕੁਝ ਰਾਤ ਛੁਪਾ ਲਿਆ। ਭਾਈ ਦੁਨਾ ਸਿੰਘ ਹੰਡੂਰੀਆ, ਹਜ਼ੂਰੀ ਕਵੀ ਗੁਰੂ ਗੋਬਿੰਦ ਸਿੰਘ ਵੀ ਲਿਖਦੇ ਨੇ, ਭਈ ਰੈਨ ਖੁਰਜੀ ਤਨਲੀਨੀ ਜਾ ਕਰ ਚੋਏ ਮਹਿ ਗੱਡ ਦੀਨੀ। ਖੁਰਜੀ ਉਠਾ ਕੇ ਟੋਏ ਵਿੱਚ ਨੱਪ ਦਿੱਤੀ, ਮੋਹਰਾਂ ਲੁਕਾ ਲਈਆਂ। ਗੁਰਬਿਲਾਸ ਪਾਤਸ਼ਾਹੀ ਦਸਵੀਂ ਵਿੱਚ ਭਾਈ ਸੁੱਖਾ ਸਿੰਘ ਵੀ ਲਿਖਦੇ ਨੇ, ਪਾਸ਼ੇ ਜੋ ਚੰਡਾਰ ਕ੍ਰਿਤ ਕੀਨਾ ਖੁਰਜੀ ਕਾੜ ਧਰਨ ਗੱਡ ਦੀਨਾ। ਚੰਡਾਲ ਨੇ ਖੁਰਜੀ ਲੁਕਾ ਲਈ। ਸੁਬਾਹ ਹੋਈ, 9 ਪੋਹ ਦੀ ਰਾਤ ਇਹਦੇ ਪਿੰਡ ਸਹੇੜੀ ਲੰਘੀ, 10 ਪੋਹ ਚੜ੍ਹਿਆ। ਮਾਤਾ ਜੀ ਆਖਣ ਲੱਗੇ, ਗੰਗੂਆ ਭਲਾ ਕਰਮ ਕੀਤਾ ਈ, ਮਾਇਆ ਸਾਂਭ ਲਈ ਹੈ, ਹਾਲਾਤ ਠੀਕ ਨਹੀਂ, ਬੜੇ ਚੋਰ ਉਚੱਕੇ ਤੁਰੇ ਫਿਰਦੇ ਨੇ। ਕਹਿੰਦਾ ਮਾਤਾ ਜੀ ਮੈਨੂੰ ਨਹੀਂ ਪਤਾ ਤੁਹਾਡੀ ਮਾਇਆ ਕਿੱਥੇ ਹੈ, ਕੌਣ ਲੈ ਗਿਆ ਹੈ, ਤੁਸੀਂ ਕੀ ਕਹਿ ਰਹੇ ਹੋ, ਮੇਰੀ ਸਮਝ ਤੋਂ ਬਾਹਰ ਹੈ। ਮਾਤਾ ਜੀ ਕਹਿੰਦੇ, ਗੰਗਿਆ ਮੈਂ ਦੇਖਿਆ ਹੈ ਤੂੰ ਮਾਇਆ ਉਠਾ ਕੇ ਟੋਆ ਪੁੱਟਿਆ ਤੇ ਉੱਥੇ ਛੁਪਾ ਦਿੱਤੀ, ਝੂਠ ਨਾ ਬੋਲ, ਮੈਂ ਤੇ ਤੈਨੂੰ ਕਹਿ ਰਹੀ ਹਾਂ ਭਲਾ ਕੀਤਾ ਤੂੰ ਸਾਂਭ ਲਈ ਹੈ ਮਾਇਆ। ਕਹਿੰਦਾ ਨਹੀਂ, ਇਹ ਤੁਹਾਡਾ ਸ਼ਬਦ ਜਾਲ ਹੈ, ਅਲਫਾਜ਼ ਤੁਹਾਡੇ ਸਾਫ਼ ਨੇ, ਪਰ ਇਲਜ਼ਾਮ ਉਹਨਾਂ ਅਲਫਾਜ਼ਾਂ ਦੇ ਰਾਹੀਂ ਮੇਰੇ ਤੇ ਚੋਰੀ ਦਾ ਲਾ ਰਹੇ ਹੋ। ਮੈਂ ਨਹੀਂ ਇਹ ਜਰਾਂਗਾ। ਤੁਸੀਂ ਬਾਗੀ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਹੋ, ਤੁਹਾਡੀ ਮਦਦ ਕਰਨ ਦੇ ਜ਼ੁਲਮ ਹੇਠ ਮੈਨੂੰ ਸਜ਼ਾ ਮਿਲ ਸਕਦੀ ਹੈ, ਮੇਰਾ ਪਰਿਵਾਰ ਕੋਲੂ ਪੀੜਿਆ ਜਾ ਸਕਦਾ ਹੈ। ਤੇ ਜੇ ਤੁਹਾਨੂੰ ਪਕੜਵਾ ਦੇਵਾਂ ਮੁਗਲਿਆ ਸਲਤਨਤ ਦੇ ਪਾਸ, ਮੈਨੂੰ ਦੋਹਰਾ ਇਨਾਮ ਮਿਲੇਗਾ। ਇੱਕ ਤੇ ਮੈਂ ਜਾਨ ਸੂਲੀ ਤੇ ਟੰਗੀ ਬੈਠਾ ਹਾਂ ਤੁਹਾਡੀ ਖਾਤਰ, ਹੁਕਮਰਾਨਾਂ ਨਾਲ ਮੱਥਾ ਲਾਈ ਬੈਠਾ, ਦੂਸਰਾ ਚੋਰ ਕਹਿੰਦੇ ਹੋ, ਇਹ ਮਾਂ ਠੀਕ ਨਹੀਂ ਹੈ। ਮਾਤਾ ਜੀ ਕਹਿੰਦੇ, ਗੰਗਿਆ ਤੈਨੂੰ ਚੋਰ ਨਹੀਂ ਕਿਹਾ, ਜੇ ਬਹੁਤੀ ਲੋੜ ਸੀ ਮਾਇਆ ਦੀ ਤੂੰ ਮੰਗ ਕੇ ਲੈ ਲੈਂਦਾ। ਮਾਇਆ ਦੀ ਕਿਹੜੀ ਗੱਲ ਹੈ, ਮੈਂ ਤੇ ਖਲਕਤ ਉੱਤੋਂ ਆਪਣੇ ਸਿਰ ਦਾ ਸਾਈਂ ਗੁਰੂ ਤੇਗ ਬਹਾਦਰ ਵਾਰ ਦਿੱਤਾ, ਤੇ ਪੈਸਿਆਂ ਦੀ ਚੰਦ ਮੋਹਰਾਂ ਦੀ ਕਿਹੜੀ ਗੱਲ ਸੀ, ਤੂੰ ਮੰਗ ਲੈਂਦਾ ਤੈਨੂੰ ਦੇ ਦਿੰਦੀ। ਅੱਲਾ ਯਾਰ ਖਾਂ ਦੀ ਕਲਮ ਨੇ ਉਹ ਬੋਲ ਪ੍ਰਗਟ ਕੀਤੇ, ਵਾਹਿਗੁਰੂ ਕੇ ਨਾਮ ਪੇ ਕੁਲ ਮਾਲੋ ਜ਼ਰ ਵੀ ਦੂੰ, ਖਿਲਕਤ ਕੇ ਫਾਇਦੇ ਕੋ ਲੁਟਾ ਆਪਣਾ ਘਰ ਵੀ ਦੂੰ। ਖਲਕਤ ਦਾ ਭਲਾ ਕਰਨ ਲਈ ਮੈਂ ਸਿਰ ਦਾ ਸਾਈਂ ਵਾਰਿਆ ਹੈ, ਇਹ ਕਿੱਡੀ ਕੁ ਵੱਡੀ ਗੱਲ ਹੈ। ਮਾਇਆ ਦੇ ਦਿੰਦੀ ਤੈਨੂੰ। ਸ਼ਰਮਿੰਦਾ ਹੋਇਆ ਗੰਗੂ, ਕ੍ਰੋਧਿਤ ਹੋ ਕੇ ਰੌਲਾ ਪਾਉਣ ਲੱਗਾ। ਇੱਕ ਤੇ ਬਾਗੀਆਂ ਨੂੰ ਕਹਿੰਦਾ ਪਨਾਹ ਦਿੱਤੀ ਹੈ, ਉੱਤੋਂ ਮੈਨੂੰ ਚੋਰ ਦੱਸਦੇ ਹੋ। ਹੁਣੇ ਮੁਗਲਿਆ ਹਕੂਮਤ ਕੋਲ ਜਾਂਦਾ ਹਾਂ, ਤੁਹਾਡੀ ਸ਼ਿਕਾਇਤ ਕਰਕੇ ਗ੍ਰਿਫਤਾਰ ਕਰਵਾ ਕੇ ਦੋਹਰਾ ਨਾਮ ਉੱਧਰੋਂ ਵੀ ਲਵਾਂਗਾ। ਹੁਣ ਪੈਸੇ ਸਾਂਭ ਲਏ ਸੀ, ਬਹਾਨਾ ਲੱਭਦਾ ਹੈ, ਬਹਾਨਾ ਨਾ ਵੀ ਮਿਲਦਾ ਤੇ ਇਹਨੇ ਹੁਣ ਕੋਤਵਾਲੀ ਜਾਣਾ ਹੀ ਜਾਣਾ ਹੈ, ਕਿਉਂਕਿ ਲੋਭੀ ਬੰਦਾ ਹੈ। ਜਿਹੜਾ ਲੋਭ ਵਿੱਚ ਹਲਕ ਜਾਵੇ ਉਹ ਆਪਣਿਆਂ ਨੂੰ ਵੱਢਣ ਲੱਗ ਪੈਂਦਾ ਹੈ। ਸਹੇੜੀ ਪਿੰਡ ਦੇ ਚੌਧਰੀ ਦੇ ਘਰ ਗਿਆ, ਜਾ ਕੇ ਖਬਰ ਦਿੱਤੀ ਹੈ। ਜਲਦੀ ਨਾਲ ਚੌਧਰੀ ਨੇ ਕੁਝ ਕਰਿੰਦੇ ਭੇਜੇ ਵੀ ਜਾ ਕੇ ਗੰਗੂ ਦੇ ਘਰ ਪਹਿਰਾ ਲਾਓ, ਕਿਤੇ ਮਾਤਾ ਗੁਜਰੀ ਸਾਹਿਬਜ਼ਾਦਿਆਂ ਨੂੰ ਲੈ ਕੇ ਦੌੜ ਨਾ ਜਾਵੇ। ਓਨੇ ਸਮੇਂ ਦੇ ਵਿੱਚ ਸ਼ਿਕਾਇਤ ਲੈ ਕੇ ਚੌਧਰੀ ਅਤੇ ਗੰਗੂ ਚੱਲ ਪਏ ਨੇ, ਮਰਿੰਡੇ ਥਾਣੇ ਪਹੁੰਚਦੇ ਨੇ। ਬਾਣੀ ਨੇ ਲੋਭੀ ਬੰਦੇ ਨੂੰ ਹਲਕੇ ਕੁੱਤੇ ਵਰਗਾ ਦੱਸਿਆ ਹੈ। ਬਾਣੀ ਕਹਿੰਦੀ ਹੈ, ਜਿਉਂ ਕੂਕਰ ਹਰਕਾਇਆ ਧਾਵੈ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣਈ ਭਖ ਆ ਭਖ ਸਭ ਖਾਏ। ਹਲਕਿਆ ਕੁੱਤਾ ਸ਼ੁਭ ਅਸ਼ੁਭ ਨਹੀਂ ਜਾਣਦਾ।
ਗੈਰਾਂ ਨੂੰ ਵੀ ਵੱਢੇਗਾ ਤੇ ਆਪਣਿਆਂ ਦੇ ਵੀ ਚੱਕ ਮਾਰੇਗਾ। ਇਦਾਂ ਹੀ ਲੋਭੀ ਬੰਦੇ ਦੀ ਹਾਲਤ ਹੁੰਦੀ ਹੈ। ਤੁਸੀਂ ਰੋਜ਼ ਅਖਬਾਰਾਂ 'ਚ ਪੜ੍ਹਦੇ ਹੋ, ਮੁੰਡੇ ਨੇ ਪਿਓ ਦਾ ਹੀ ਗਲ ਘੁੱਟ ਦਿੱਤਾ ਵੀ ਪੈਲੀ ਨਾ ਲਵਾਉਣੀ ਹੈ। ਇਹ ਹਲਕਾ ਹੀ ਹੈ ਲੋਭ ਦੇ ਵਿੱਚ, ਹੋਰ ਕੀ ਹੁੰਦਾ ਹੈ। ਇਹ ਗੰਗੂ ਵੀ ਹਲਕਿਆ, ਆਪਣਿਆਂ ਨੂੰ ਵੱਢਣ ਲੱਗਾ ਹੈ। ਜਿਨ੍ਹਾਂ ਦਾ ਨਮਕ ਖਾਧਾ ਹੈ ਉਹਨਾਂ ਨੂੰ ਵੱਢਣ ਲੱਗਾ ਹੈ। 3 ਕਿਲੋਮੀਟਰ ਪਿੰਡ ਸਹੇੜੀ ਤੋਂ ਮਰਿੰਡਾ ਠਾਣਾ ਹੈ, ਪਹੁੰਚੇ ਨੇ ਉੱਥੇ ਦੋ ਭਾਈ ਜਿਹੜੇ ਆਗੂ ਸਨ, ਜਾਨੀ ਖਾਂ ਮਾਨੀ ਖਾਂ। ਸ਼ਿਕਾਇਤ ਕਰ ਦਿੱਤੀ, ਉਹ ਬੜੇ ਖੇੜੇ ਵਿੱਚ ਨੇ। ਕੁਝ ਸਿਪਾਹੀ ਲੈ ਕੇ ਸਾਹਿਬਜ਼ਾਦਿਆਂ ਨੂੰ, ਮਾਤਾ ਗੁਜਰੀ ਜੀ ਨੂੰ ਗੰਗੂ ਦੇ ਘਰੋਂ 10 ਪੋਹ ਨੂੰ ਗ੍ਰਿਫਤਾਰ ਕੀਤਾ। ਉੱਥੇ ਭਾਈ ਰਤਨ ਸਿੰਘ ਭੰਗੂ ਲਿਖਦੇ ਨੇ, ਜਾਨੀ ਮਾਨੀ ਰੰਗੜ ਦੋਏ ਭਾਈ, ਉਨ ਆਨ ਮੁਰਿੰਡੇ ਘਰ ਰਖੇ ਬਹਾਈ। ਮੁਰਿੰਡੇ ਠਾਣੇ ਸਾਹਿਬਜ਼ਾਦੇ ਮਾਤਾ ਗੁਜਰੀ ਜੀ ਨੂੰ ਲੈ ਆਂਦਾ ਤੇ ਇੱਕ ਭਾਈ ਸਰਹੰਦ ਵੱਲ ਨੂੰ ਤੁਰ ਪਿਆ, ਸੂਬਾ ਸਰਹੰਦ ਨਾਜ਼ਮ ਵਜ਼ੀਰ ਖਾਨ ਨੂੰ ਸ਼ਿਕਾਇਤ ਕਰਨ। 10 ਪੋਹ ਦੀ ਰਾਤ ਸਾਹਿਬਜ਼ਾਦਿਆਂ ਮਾਤਾ ਗੁਜਰੀ ਨੇ ਮੁਰਿੰਡੇ ਠਾਣੇ ਕੱਢੀ ਹੈ, ਜਿੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਬਣਿਆ ਹੈ। 10 ਪੋਹ ਦੀ ਰਾਤ ਹੀ ਵਜ਼ੀਰ ਖਾਂ ਦੇ ਹੁਕਮ ਵਿੱਚ ਫੌਜਾਂ ਚੱਲੀਆਂ ਸਰਹੰਦ ਤੋਂ, ਵੀ ਸੁਬਾਹ ਹੁੰਦਿਆਂ ਹੀ ਸੂਰਜ ਚੜ੍ਹਨ ਤੋਂ ਪਹਿਲਾਂ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਨੂੰ ਗ੍ਰਿਫਤਾਰ ਕਰਕੇ ਇੱਥੇ ਲੈ ਆਓ। ਖੈਰ 11 ਪੋਹ ਦੀ ਸੁਬਾਹ ਸਾਹਿਬਜ਼ਾਦਿਆਂ ਨੂੰ, ਮਾਤਾ ਜੀ ਨੂੰ ਬੇੜੀਆਂ 'ਚ ਜਕੜ ਕੇ ਸਰਹੰਦ ਲਿਆਂਦਾ ਗਿਆ ਹੈ। ਠੰਡੇ ਬੁਰਜ ਦੀ ਸਜ਼ਾ ਸੁਣਾਈ ਜਾਂਦੀ ਹੈ ਔਰ 11 ਪੋਹ ਨੂੰ ਹੀ ਪਹਿਲੀ ਪੇਸ਼ੀ ਰੱਖੀ ਜਾਂਦੀ ਹੈ ਸਾਹਿਬਜ਼ਾਦਿਆਂ ਦੀ। ਮਾਤਾ ਜੀ ਦੇ ਕੋਲ ਕੁਝ ਸਿਪਾਹੀ ਆਉਂਦੇ ਨੇ, ਮਾਤਾ ਇਹ ਆਪਣੇ ਫਰਜ਼ੰਦ ਸਾਡੇ ਨਾਲ ਤੋਰ, ਕਚਹਿਰੀ ਲੱਗੀ ਹੋਈ ਹੈ। ਮਾਤਾ ਜੀ ਠੰਡੇ ਬੁਰਜ ਨੇ, ਫਰਜ਼ੰਦ ਜਿਹੜੇ ਨੇ ਉਹਨਾਂ ਕਚਹਿਰੀ ਵੱਲ ਤੁਰਨਾ ਹੈ। ਠੰਡਾ ਬੁਰਜ ਕੀ ਹੈ, ਅੱਜ ਕੱਲ੍ਹ ਦੇ ਏਸੀ ਗੈਸਟ ਹਾਊਸ ਵਾਂਗੂ ਸਮਝ ਲਓ। ਉੱਚਾ ਬੁਰਜ ਬਣਾਇਆ ਹੋਇਆ ਸੀ ਇਹਨੇ ਵਜ਼ੀਰ ਖਾਂ ਨੇ। ਹੁਣ ਇਹ ਜਿਹੜਾ ਬੁਰਜ ਹੈ, ਕੌਲੇ ਤੇ ਸਨ, ਪਿੱਲਰ ਤੇ ਸਨ ਪੱਥਰ ਦੇ, ਪਰ ਵਿੱਚ ਇੱਟਾਂ ਦੀ ਚਿਣਾਈ ਨਹੀਂ ਸੀ, ਹਵਾਦਾਰ ਰੱਖਿਆ ਸੀ। ਘੇਰੇ ਘੇਰੇ ਨਦੀ ਨੁਮਾ ਝੀਲ ਬਣੀ ਸੀ, ਉੱਥੋਂ ਜਲ ਸੀਤ ਜਿਹੜਾ ਹੈ ਲੰਘਦਾ ਹੈ। ਤੇ ਜਦੋਂ ਗਰਮੀਆਂ ਵਿੱਚ ਲੂ ਤੱਤੀ ਹਵਾ ਟਕਰਾਉਂਦੀ ਹੈ ਜਲ ਨਾਲ, ਠੰਡੀ ਹੋ ਕੇ ਬੁਰਜ ਨੂੰ ਵੱਜਦੀ ਹੈ, ਬੁਰਜ ਠੰਡਾ ਹੋ ਜਾਂਦਾ ਹੈ। ਤੁਸੀਂ ਇਹ ਹਿਸਾਬ ਲਓ ਵੀ ਪੋਹ ਦੀਆਂ ਰਾਤਾਂ ਇਹ ਬੁਰਜ ਕਿਤਨਾ ਕੁ ਸੀਤ ਹੋਵੇਗਾ। ਉੱਥੇ ਪੱਥਰ ਦਾ ਫਰਸ਼ ਹੈ, ਨਾ ਕੋਈ ਬਸਤਰ ਥੱਲੇ ਵਿਛਾਉਣ ਨੂੰ, ਨਾ ਉੱਪਰ ਲੈਣ ਨੂੰ। ਮਾਤਾ ਜੀ ਉੱਥੇ ਕੈਦ, ਮੱਥੇ ਚੁੰਮੇ ਬਾਬਾ ਜੋਰਾਵਰ ਸਿੰਘ ਦੇ, ਬਾਬਾ ਫਤਿਹ ਸਿੰਘ ਦੇ, ਔਰ ਥਾਪੜਾ ਦੇ ਕੇ ਮਾਤਾ ਆਖਣ ਲੱਗੀ ਹੈ, ਤੁਹਾਡੀਆਂ ਰਗਾਂ ਵਿੱਚ ਗੁਰੂ ਅਰਜਨ ਸਾਹਿਬ ਦਾ, ਗੁਰੂ ਤੇਗ ਬਹਾਦਰ ਦਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਲਹੂ ਹੈ। ਇੱਕ ਤਤੀ ਤਵੀ ਬਹਿ ਕੇ ਨਾ ਡੋਲਿਆ, ਇੱਕ ਚਾਂਦਨੀ ਚੌਕ ਬੈਠਾ ਸਿਰ ਕਟਵਾ ਲਿਆ, ਸਿਰੜ ਨਹੀਂ ਛੱਡਿਆ। ਸੀਸ ਦਿਆ ਪਰ ਸਿਰੜ ਨਾ ਦਿਆ। ਦੇਖੋ ਸਾਰੀ ਮੁਗਲਿਆ ਸਲਤਨਤ ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਝੁਕਾ ਨਹੀਂ ਸਕੀ, ਤੁਸੀਂ ਝੁਕਣਾ ਨਹੀਂ ਹੈ। ਸਿਪਾਹੀਆਂ ਨੂੰ ਮਾਂ ਕਹਿੰਦੀ ਇਹ ਚੋਰਾਂ ਡਾਕੂਆਂ ਲਈ ਕਚਹਿਰੀਆਂ ਲੱਗਦੀਆਂ ਨੇ, ਇਹ ਛੋਟੀਆਂ ਜਿੰਦਾਂ ਲਈ ਕਚਹਿਰੀਆਂ ਕਿਉਂ? ਕਹਿੰਦੇ ਮਾਂ ਸਾਨੂੰ ਹੁਕਮ ਹੈ, ਹੁਕਮ ਦੇ ਬੱਜੇ ਆਏ ਆ। ਖੈਰ 11 ਪੋਹ ਨੂੰ ਪਹਿਲੀ ਪੇਸ਼ੀ ਹੁੰਦੀ ਹੈ। ਸਿੱਧੇ ਜੇ ਅਲਫਾਜ਼ ਉੱਥੇ ਕਹੇ ਗਏ ਵੀ ਸਾਹਿਬਜ਼ਾਦਿਓ, ਤੁਹਾਡੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਮੈਦਾਨੇ ਜੰਗ ਵਿੱਚ ਅਸੀਂ ਮਾਰ ਸੁੱਟਿਆ ਹੈ, ਚੀਰ ਸੁੱਟਿਆ ਹੈ, ਖੁਰਾ ਖੋਜ ਮਿਟਾ ਦਿੱਤਾ ਉਸ ਦਾ। ਉੱਥੇ ਸਾਹਿਬਜ਼ਾਦਿਆਂ ਜਿਹੜਾ ਬਚਨ ਕਿਹਾ ਹੈ, ਸਮਝਿਓ ਵੀ ਉਹਨਾਂ ਦੇ ਪਾਸ ਕੈਸੀ ਅਜ਼ਮਤ ਹੈ, ਕਿੰਨੀ ਤਾਕਤ ਦੇ ਉਹ ਮਾਲਕ ਨੇ।
ਕਿਹਾ ਜਾ ਰਿਹਾ ਹੈ, ਕਵੀ ਸੰਤੋਖ ਸਿੰਘ ਲਿਖਦੇ ਨੇ, ਮੁਗਲੀਆ ਦਰਬਾਰ ਵੱਲੋਂ, ਸਾਹਿਬਜ਼ਾਦਿਓ ਪਿਤਾ ਤੁਹਾਰਾ ਗੜ ਚਮਕੌਰ ਘੇਰ ਗਹਿ ਮਾਰਾ। ਤੇ ਸਾਹਿਬਜ਼ਾਦਿਆਂ ਜਵਾਬ ਦਿੱਤਾ ਸੀ, ਗੱਲ ਸੁਣ ਨਾਜ਼ਮ ਵਜ਼ੀਰ ਖਾਂ, ਆਕਾਸ਼ ਨੂੰ ਕੋਈ ਕੈਦ ਕਰ ਸਕਿਆ ਹੈ? ਕਹਿੰਦੇ ਨਹੀਂ। ਸੁਮੇਰ ਪਰਬਤ ਨੂੰ ਕੋਈ ਚਲਾਏਮਾਨ ਕਰ ਸਕਿਆ ਹੈ? ਕਹਿੰਦੇ ਨਹੀਂ। ਜਿਵੇਂ ਤੂਫਾਨ ਠੱਲੇ ਨਹੀਂ ਜਾ ਸਕਦੇ, ਸੁਮੇਰ ਚਲਾਏਮਾਨ ਨਹੀਂ ਹੁੰਦਾ, ਅਸਮਾਨ ਕੈਦ ਵਿੱਚ ਨਹੀਂ ਪੈਂਦਾ, ਗੁਰੂ ਗੋਬਿੰਦ ਸਿੰਘ ਖੁਦ ਖੁਦਾਏ, ਉਹਨੂੰ ਮਾਰਨ ਵਾਲਾ ਕੋਈ ਪੈਦਾ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਮਰਜ਼ੀ ਨਾਲ ਦੁਨੀਆ ਤੇ ਪ੍ਰਗਟ ਹੈ, ਮਰਜ਼ੀ ਨਾਲ ਦੁਨੀਆ ਤੋਂ ਜਾਵੇਗਾ। ਉਹਨੂੰ ਮਿਟਾਉਣ ਵਾਲਾ ਕੌਣ ਹੈ? ਉਹ ਤੇ ਆਪ ਖੁਦ ਖੁਦਾ ਹੈ। ਬਾਣੀ ਕਹਿੰਦੀ ਹੈ, ਸਤਿਗੁਰ ਨੂੰ ਅੱਪੜ ਕੋਈ ਨਾ ਸਕੇ, ਜਿਸ ਵੱਲ ਸਿਰਜਣ ਹਾਰਿਆ, ਗੁਰੂ ਗੋਪਾਲ ਪੁਰਖ ਭਗਵਾਨ। ਗੁਰੂ ਆਪ ਪਰਮੇਸ਼ਵਰ ਹੈ। ਤੇ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਂ ਕਹਿੰਦਾ ਹੈ, ਚਲੋ ਮੰਨ ਲਿਆ ਵੀ ਗੁਰੂ ਗੋਬਿੰਦ ਸਿੰਘ ਨਹੀਂ ਮਾਰੇ ਅਸੀਂ, ਪਰ ਇਹ ਗੱਲ ਸੱਚੀ ਹੈ, ਤਹਿ ਤੁਮਰੇ ਦੁਆਏ ਭਰਾਤ ਪ੍ਰਹਾਰੇ, ਸੰਗੀ ਸਿੰਘ ਸਗਲ ਸੋ ਮਾਰੇ। ਤੁਹਾਡੇ ਭਾਈ ਦੋਵੇਂ ਟੋਟੇ ਟੋਟੇ ਕਰਕੇ ਚਮਕੌਰ ਦੀ ਗੜੀ ਸੁੱਟੇ ਨੇ ਅਸੀਂ। ਤੁਹਾਡਾ ਵੀ ਉਹੀ ਹਾਲ ਕਰਾਂਗਾ, ਈਨ ਮੰਨ ਲਵੋ, ਕਲਮਾ ਪੜ੍ਹ ਲਵੋ। ਕਹਿੰਦੇ ਸਾਨੂੰ ਡਰਾਉਣਾ ਹੈ? ਕਬੀਰ ਜਿਸ ਮਰਨੇ ਤੇ ਜਗ ਡਰੈ, ਮੇਰੇ ਮਨ ਆਨੰਦ, ਮਰਨੇ ਹੀ ਤੇ ਪਾਈਐ ਪੂਰਨ ਪਰਮਾ ਨੰਦ। ਮੌਤ ਦਾ ਡਰਾਵਾ ਨਾ ਦੇ, ਭਾਈ ਮੋਏ ਨਹੀਂ, ਸ਼ਹੀਦ ਅਮਰ ਹੁੰਦੇ ਨੇ। ਸ਼ਹੀਦਾਂ ਦਾ ਨਾਮ ਸਦਾ ਗੂੰਜਦਾ ਰਹਿੰਦਾ ਹੈ। ਐਸੇ ਜਵਾਬ ਸੁਣ ਕੇ ਇਹ ਜ਼ਿਹਨ ਵਿੱਚ ਟਿਕ ਗਈ ਹੈ ਗੱਲ ਵਜ਼ੀਰ ਖਾਂ ਨਾਜ਼ਮ ਦੇ, ਸੋਚਾ ਨੰਦ ਦੇ ਵੀ ਇੰਨਾ ਡੋਲਣਾ ਨਹੀਂ ਹੈ। ਲਾਲਚ ਦਿੱਤੇ ਗਏ ਸ਼ਹਿਜ਼ਾਦੀਆਂ ਦੇ ਡੋਲਿਆਂ ਦੇ, ਦੌਲਤਾਂ ਸ਼ੋਹਰਤਾਂ ਦੇ, ਤਖਤਾਂ ਤਾਜਾਂ ਦੇ ਨਹੀਂ ਡੋਲੇ। 11 ਪੋਹ ਦੀ ਰਾਤ ਇਹਨਾਂ ਨੂੰ ਭੇਜ ਦਿੱਤਾ ਗਿਆ ਠੰਡੇ ਬੁਰਜ। ਸਿਪਾਹੀਆਂ ਨੂੰ ਕਿਹਾ, ਇਹਨਾਂ ਨੂੰ ਭੁੱਖੇ ਰੱਖਣਾ ਹੈ, ਪਿਆਸੇ ਰੱਖਣਾ ਹੈ, ਕੋਈ ਬਸਤਰ ਨਹੀਂ ਦੇਣਾ। ਠੰਡੇ ਬੁਰਜ ਦੀ ਸੀਤ ਇਹਨਾਂ ਦੇ ਪੱਥਰਾਂ ਵਰਗੇ ਸੀਨੇ ਪਿਘਲਾ ਦੇਵੇਗੀ। ਮਾਤਾ ਜੀ ਕੋਲ ਗਏ, ਮੱਥਾ ਚੁੰਮਿਆ ਮਾਈ ਨੇ। ਸੰਧਿਆ ਵੇਲੇ ਸੋਦਰ ਦਾ ਜਾਪ ਹੋਇਆ। ਸਾਰੀ ਰਾਤ ਵੱਡਿਆਂ ਗੁਰੂ ਕਿਆਂ ਦੀਆਂ ਸਾਖੀਆਂ ਸੁਣਾ ਕੇ ਮਾਤਾ ਜੀ ਨੇ ਸਾਹਿਬਜ਼ਾਦਿਆਂ ਨੂੰ ਦ੍ਰਿੜ ਕੀਤਾ। 12 ਪੋਹ ਚੜ੍ਹਿਆ, ਸਿਪਾਹੀ ਲੈਣ ਆ ਗਏ, ਮੱਥੇ ਚੁੰਮ ਕੇ ਮਾਤਾ ਨੇ ਤੋਰਿਆ। ਦੇਖੋ ਸਮਾਂ ਦੁੱਖਾਂ ਲੱਦੀ ਘੜੀ, ਇਹ ਗੁਰੂਆਂ ਪੀਰਾਂ ਫਕੀਰਾਂ ਤੇ ਸੰਤਾਂ ਸਾਗਤਾਂ ਤੇ ਸਭ ਤੇ ਆਉਂਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਫਾਰਸੀ ਵਿੱਚ ਇੱਕ ਬਚਨ ਕਿਹਾ ਹੈ ਔਰੰਗਜ਼ੇਬ ਨੂੰ, ਬਬੀ ਗਰਦਸ਼ੇ ਬੇਵਫਾਏ ਜ਼ਮਾ ਕਿ ਬਰਹਰ ਬਾ ਗੁਜ਼ਰਦ ਮਾ ਕੀਨੋ ਮਾਕਾਂ। ਔਰੰਗਜ਼ੇਬ ਤੂੰ ਕੀ ਸਮਝਦਾ ਹੈ, ਮੇਰੇ ਆਨੰਦਪੁਰ ਦੇ ਮਹੱਲਾਂ ਤੋਂ ਇਹ ਦੁਖਦਾਇਕ ਸਮਾਂ ਲੰਘਿਆ ਹੈ ਤੇ ਕੀ ਤੇਰੇ ਦਿੱਲੀ ਦੇ ਮਹੱਲਾਂ ਤੇ ਦੁੱਖ ਆਉਣਾ ਨਹੀਂ? ਇਹ ਸਮਾਂ ਨਾ ਪੀਰਾਂ ਫਕੀਰਾਂ ਨੂੰ ਛੱਡਦਾ ਹੈ, ਨਾ ਅਮੀਰਾਂ ਨੂੰ ਛੱਡਦਾ ਹੈ, ਨਾ ਸੰਤ ਨੂੰ ਛੱਡੇਗਾ, ਨਾ ਸਾਕਤ ਨੂੰ ਛੱਡੇਗਾ। ਫਰਕ ਇਹ ਹੈ, ਸਾਕਤ ਟੁੱਟ ਜਾਂਦਾ ਹੈ ਐਸੇ ਕਠਿਨ ਸਮੇਂ। ਮਹਾਂਪੁਰਸ਼ ਜਿਹੜੇ ਨੇ ਭਾਣਾ ਮੰਨ ਕੇ ਅਗਾਂਹ ਤੁਰ ਪੈਂਦੇ ਨੇ। ਤੇਰਾ ਕੀਆ ਮਿੱਠਾ ਲੱਗੇ, ਐਸੀ ਅਜ਼ਮਤ ਮਿਲ ਜਾਂਦੀ ਹੈ ਉਹਨਾਂ ਨੂੰ। ਪੇਸ਼ੀ ਦਰਮਿਆਨ ਸਾਹਿਬਜ਼ਾਦੇ ਅੱਜ ਫਿਰ ਨਹੀਂ ਚੁੱਕੇ, ਅੱਜ ਫਿਰ ਨਹੀਂ ਵਿਕੇ। ਬੇਖੌਫ ਬਚਨ ਸੁਣ ਕੇ ਨਾਜ਼ਮ ਵਜ਼ੀਰ ਖਾਂ ਨੇ ਆਖਿਆ ਸੀ, ਬੁਰੀ ਮੌਤ ਮਾਰਾਂਗਾ, ਤੁਸੀਂ ਝੁਕਦੇ ਨਹੀਂ ਹੋ। ਖੈਰ ਉੱਥੇ ਮਲੇਰਕੋਟਲੇ ਵਾਲੇ 2 ਭਾਈ ਬੈਠੇ ਨੇ, ਉਹਨਾਂ ਨਵਾਬਾਂ ਨੇ ਹਾ ਦਾ ਨਾਰਾ ਵੀ ਮਾਰਿਆ ਹੈ ਵੀ ਤੁਸੀਂ ਬੱਚਿਆਂ ਨੂੰ ਡਰਾਉਂਦੇ ਹੋ, ਧਮਕਾਉਂਦੇ ਹੋ, ਖੁਰਾ ਖੋਜ ਮਿਟਾਉਣਾ ਚਾਹੁੰਦੇ ਹੋ। ਕੁਰਾਨ ਪਾਕ ਇਹ ਹਮਾਇਤ ਨਹੀਂ ਕਰਦਾ ਇਸ ਜ਼ੁਲਮ ਲਈ। ਕਹਿੰਦੇ ਤੁਸੀਂ ਜੇ ਇਹ ਕੁਕਰਮ ਕਮਾਉਣਾ ਹੈ ਤੇ ਸਾਡਾ ਇਸ ਦਰਬਾਰ ਵਿੱਚ ਕੋਈ ਕੰਮ ਨਹੀਂ ਹੈ।
ਜਦੋਂ ਜ਼ੋਰ ਵਧਿਆ ਵੀ ਰਿਹਾਈ ਕਰ ਦਈਏ ਸਾਹਿਬਜ਼ਾਦਿਆਂ ਦੀ, ਤੇ ਸੁੱਚਾ ਨੰਦ ਗੁਲਾਮ ਬੰਦਾ, ਗੁਲਾਮਾਂ ਦੀ ਸੋਚ ਇੱਥੇ ਹੀ ਟਿਕੀ ਹੁੰਦੀ ਹੈ, ਕਿਸੇ ਤਰ੍ਹਾਂ ਵਜ਼ੀਰ ਖਾਂ ਨੂੰ ਖੁਸ਼ ਕਰਕੇ ਵੱਡਾ ਰੁਤਬਾ ਮਿਲ ਜਾਵੇ। ਹੈ ਸਨਾਤਨ ਮਤ ਚੋਂ, ਹਿੰਦੂ ਪਰਿਵਾਰ ਚੋਂ, ਇਹ ਵੀ ਭੁੱਲ ਗਿਆ ਤਿਲਕ ਜੰਜੂ ਰਾਖਾ ਪ੍ਰਭ ਤਾਂਕਾ। ਇਹ ਉਹਦੇ ਪੋਤਰੇ ਨੇ ਜਿਹਨੇ ਜੰਜੂ ਨੂੰ ਰੱਖਿਆ, ਗੁਰੂ ਤੇਗ ਬਹਾਦਰ। ਕਹਿੰਦਾ ਮੈਨੂੰ ਇੱਕ ਵਚਨ ਕਰ ਲੈਣ ਦਿਓ, ਫਿਰ ਜੋ ਫੈਸਲਾ ਹੋਵੇਗਾ ਦਰਬਾਰ ਦਾ ਉਹ ਸੁਣਾ ਦਿਓ। ਨੀਚ ਸੁੱਚਾ ਨੰਦ ਬਾਰੇ ਲਿਖਦੇ ਨੇ ਭਾਈ ਰਤਨ ਸਿੰਘ ਭੰਗੂ, ਕਹਿੰਦੇ ਔਰ ਖੱਤਰੀ ਹੁਤੋ ਸੁੱਚਾ ਨੰਦ ਨਾਮ, ਕਿਤ ਘੱਲਿਓ ਥੋ ਕਰਨ ਸਾਕ ਗੁਰਧਾਮ। ਇਹ ਗੁੱਸਾ ਇਹ ਕੱਢਦਾ ਹੈ, ਆਪਣੀ ਸਪੁੱਤਰੀ ਦਾ ਰਿਸ਼ਤਾ ਇਹ ਬਾਬਾ ਅਜੀਤ ਸਿੰਘ ਨਾਲ ਕਰਨਾ ਚਾਹੁੰਦਾ ਸੀ। ਗੁਰੂ ਸਾਹਿਬ ਨੇ ਜਵਾਬ ਦਿੱਤਾ ਸੀ, ਸੁੱਚਾ ਨੰਦ ਮੁਗਲਿਆ ਸਲਤਨਤ ਦਾ ਕਰਿੰਦਾ ਹੈ ਤੂੰ, ਜ਼ੁਲਮੋਂ ਸਿਤਮ ਕਰਕੇ ਉਹ ਮਾਇਆ ਇਕੱਠੀ ਕਰਦੇ ਨੇ, ਲੋਕਾਂ ਦਾ ਲਹੂ ਚੂਸਦੇ ਨੇ, ਤੂੰ ਉਸ ਧਾਨ ਤੇ ਪਲਣ ਵਾਲਾ ਪਾਪੀ ਹੈ, ਤੇਰੇ ਘਰ ਨਾਲ ਰਿਸ਼ਤਾ ਨਹੀਂ ਜੁੜ ਸਕਦਾ। ਇੱਕ ਤੇ ਇਹ ਗਿਲਾ ਹੈ, ਦੂਸਰਾ ਜੀ ਹਜ਼ੂਰੀ ਕਰਦਾ ਹੈ, ਚਾਪਲੂਸ ਹੈ, ਵੱਡਾ ਰੁਤਬਾ ਚਾਹੁੰਦਾ ਹੈ ਵਜ਼ੀਰ ਖਾਂ ਕੋਲੋਂ, ਤਲਵੇ ਚੱਟਦਾ ਹੈ। ਕਹਿੰਦਾ ਰਿਹਾਈ ਕਰਨ ਤੋਂ ਪਹਿਲਾਂ ਮੈਨੂੰ ਇੱਕ ਬਚਨ ਕਰਨ ਦਿਓ। ਬਚਨ ਕੀਤਾ, ਕਹਿੰਦਾ ਸਾਹਿਬਜ਼ਾਦਿਓ ਤੁਹਾਨੂੰ ਛੱਡ ਦਈਏ ਕੀ ਕਰੋਗੇ? ਬਾਬਾ ਜੋਰਾਵਰ ਸਿੰਘ, ਫਤਿਹ ਸਿੰਘ ਕਹਿੰਦੇ ਜੰਗਲੀ ਜਾਵਾਂਗੇ, ਖਿੰਡੇ ਪੁੰਡੇ ਸਿੰਘ ਇਕੱਠੇ ਕਰਾਂਗੇ, ਸਰਹੰਦ ਤੇ ਚੜ੍ਹਾਈ ਕਰਾਂਗੇ ਤੇ ਨਾਜ਼ਮ ਵਜ਼ੀਰ ਖਾਂ ਦੇ 2 ਟੋਟੇ ਕਰਾਂਗੇ। ਜੇ ਕਹਿੰਦੇ ਫਿਰ ਛੱਡ ਦਿੱਤਾ ਕੀ ਕਰੋਗੇ? ਕਹਿੰਦੇ ਫਿਰ ਜੰਗਲੀ ਜਾਵਾਂਗੇ, ਸਿੰਘ ਇਕੱਠੇ ਕਰਾਂਗੇ, ਸਰਹੰਦ ਤੇ ਹਮਲਾ, ਨਾਜ਼ਮ ਨੂੰ ਚੀਰ ਕੇ ਸੁੱਟਾਂਗੇ। ਤੀਜੀ ਵਾਰ ਜਦੋਂ ਉਹਨੇ ਆਖਿਆ ਸੁੱਚਾ ਨੰਦ ਨੇ ਵੀ ਜੇ ਫਿਰ ਛੱਡ ਦਿੱਤਾ ਫਿਰ ਕੀ ਕਰੋਗੇ? ਕਹਿੰਦੇ ਸੁੱਚਾ ਨੰਦ ਕਿਉਂ ਬਲਦੀ ਤੇ ਤੇਲ ਪਾਉਣਾ ਹੈ? ਵਜ਼ੀਰ ਖਾਂ ਨੇ ਆਖਿਆ ਹੈ ਵੀ ਤੁਹਾਡੇ ਭਾਈ ਚਮਕੌਰ ਦੀ ਗੜੀ ਟੋਟੇ ਟੋਟੇ ਕਰਕੇ ਸੁੱਟੇ ਨੇ, ਤੇ ਤੈਨੂੰ ਇੱਕ ਗੱਲ 100 ਵਰਗੀ ਦੱਸ ਦਈਏ, ਜੰਗਲੀ ਜਾਵਾਂਗੇ, ਸਿੰਘ ਲੈ ਕੇ ਆਵਾਂਗੇ, ਨਾਜ਼ਮ ਦੇ 2 ਟੋਟੇ ਕਰਨੇ ਨੇ, ਜਾਂ ਇਹ ਸਾਨੂੰ ਚੀਰ ਦਵੇ ਨਹੀਂ ਤੇ ਇਹਨੂੰ ਅਸੀਂ ਚੀਰਨਾ ਹੈ। ਬਸ ਆਹ ਬਚਨ ਜਦੋਂ ਗਲੂਏ ਚੋਂ ਨਿਕਲਿਆ, ਸੁੱਚਾ ਨੰਦ ਕਹਿੰਦਾ ਤੁਹਾਨੂੰ ਆਖਿਆ ਹੈ ਇਹ ਭੁਜੰਗ ਨੇ, ਇਹ ਸਪੋਲੇ ਨੇ, ਉਹ ਕਲਗੀਧਰ ਫਨੀਅਰ ਹੈ। ਅੱਜ ਉਹ ਨਾਗ ਕਾਬੂ ਨਹੀਂ ਆਉਂਦਾ, ਜੇ ਇਹ 2 ਸਪੋਲੇ ਵੀ ਨਾਗ ਬਣ ਗਏ, ਫਨ ਖਿਲਾਰ ਲਿਆ, ਤਿੰਨਾਂ ਨੂੰ ਕਿੱਥੋਂ ਕਾਬੂ ਕਰੋਗੇ? ਅੱਜ ਹੀ ਮਸਲ ਦਿਓ। ਜਦੋਂ ਐਸੇ ਬਚਨ ਕਹੇ ਗਏ, ਵਜ਼ੀਰ ਖਾਂ ਲਲਕਾਰ ਕੇ ਕਹਿੰਦਾ ਗੱਲ ਸੁਣੋ ਮਲੇਰ ਕੋਟਲੇ ਦੇ ਨਵਾਬੋ ਸ਼ੇਰ ਮੁਹੰਮਦ ਖਾਂ ਖਿਜਰ ਖਾਂ, ਤੁਹਾਡੇ ਭਾਈ ਨਾਹਰ ਖਾਂ ਨੂੰ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਗੜੀ ਮਾਰਿਆ, ਬਦਲਾ ਲਓ। ਕਹਿੰਦੇ ਅਸੀਂ ਮਰਦ ਹਾਂ, ਮੈਦਾਨੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਨਾਲ ਟੱਕਰਾਂਗੇ। ਸ਼ੀਰਖੋਰ ਬੱਚਿਆਂ ਦਾ ਖੁਰਾ ਖੋਜ ਮਿਟਾਉਣਾ ਇਹ ਪਾਪ ਹੈ। ਇਤਿਹਾਸ ਦੇ ਬੋਲ ਨੇ, ਸ਼ੇਰ ਮੁਹੰਮਦ ਨਹਿ ਗਨੀ ਬੋਲਿਓ ਸੀਸ ਹਿਲਾਏ, ਹਮ ਮਾਰੇ ਸ਼ੀਰ ਖੋਰਿਆਂ ਜੰਗ ਮੇ ਔਜਸ ਜਾਏ। ਰਤਨ ਸਿੰਘ ਭੰਗੂ ਕਹਿੰਦੇ, ਉਹ ਕਹਿੰਦੇ ਅਸੀਂ ਗੁਨਾਹ ਨਹੀਂ ਕਰਨਾ। ਬਸ ਉੱਠ ਗਏ ਕਚਹਿਰੀ ਚੋਂ, ਇਉਂ ਸਮਝੋ ਸੱਚ ਨਾਲ ਹੀ ਚਲਿਆ ਗਿਆ, ਕੁਫਰ ਰਹਿ ਗਿਆ। ਐਲਾਨ ਕੀਤਾ ਗਿਆ ਨਾਜ਼ਮ ਵਜ਼ੀਰ ਖਾਂ ਦੇ ਹੁਕਮ ਵਿੱਚ, ਸ਼ਰ੍ਹਾ ਦੇ ਅੰਨੇ ਕਾਜੀ ਵੱਲੋਂ, ਇਹਨਾਂ ਨੂੰ ਕੱਲ੍ਹ 13 ਪੋਹ ਨੂੰ ਨੀਹਾਂ ਵਿੱਚ ਚਿਣ ਦਿੱਤਾ ਜਾਣਾ। ਜਾਓ ਇਹਨਾਂ ਦੀ ਮਾਈ ਕੋਲ ਲੈ ਜਾਓ ਤੇ ਜਾ ਕੇ ਸਮਝਾ ਦਿਓ ਉਸ ਬੁੱਢੀ ਮਾਈ ਨੂੰ, ਤੇਰੇ ਘਰ ਦੇ 2 ਅਖੀਰਲੇ ਚਿਰਾਗ ਨੇ। ਗੁਰੂ ਗੋਬਿੰਦ ਸਿੰਘ ਮਾਰ ਮੁਕਾਇਆ ਹੈ। ਸਾਹਿਬਜ਼ਾਦੇ ਬਾਬਾ ਅਜੀਤ ਸਿੰਘ, ਜੁਝਾਰ ਸਿੰਘ ਮੈਦਾਨੇ ਜੰਗ ਵਿੱਚ ਕੱਟ ਸੁੱਟੇ ਨੇ, ਕੁਫਰ ਤੋਲ ਰਹੇ ਨੇ। ਕਲਗੀਧਰ ਪਾਤਸ਼ਾਹ ਨੂੰ ਕੌਣ ਮਾਰੇ? 2 ਰਹਿ ਗਏ ਨੇ। ਜੇ ਚਾਹੁੰਦੀ ਹੈ ਪੀੜ੍ਹੀ ਪ੍ਰਫੁੱਲਤ ਰਵੇ ਤੇ ਇਹਨਾਂ ਨੂੰ ਸਮਝਾ, ਇਹ ਕਲਮਾ ਪੜ੍ਹ ਲੈਣ। 12 ਪੋਹ ਦੀ ਰਾਤ ਬਾਬਾ ਮੋਤੀ ਰਾਮ ਮਹਿਰਾ ਜੀ ਨੇ ਵੀ ਦੁੱਧ ਛਕਾਇਆ ਸੀ, ਉਹ ਵੀ ਸ਼ਹਾਦਤ ਦੀ ਅਵਧੀ ਨੂੰ ਮਾਣ ਗਏ ਸਨ। ਖੈਰ 12 ਪੋਹ ਦੀ ਰਾਤ ਵੀ ਵੱਡਿਆਂ ਦੀਆਂ ਸਾਖੀਆਂ ਸੁਣਦਿਆਂ ਸੁਣਾਉਂਦਿਆਂ ਲੰਘੀ। 13 ਪੋਹ ਚੜਿਆ ਹੈ। ਮਾਤਾ ਨੇ ਮੱਥੇ ਚੁੰਮੇ ਨੇ, ਜਾਣਦੀ ਹੈ ਅੱਜ ਨਹੀਂ ਆਉਣਗੇ।
ਸਾਹਿਬਜ਼ਾਦਿਆਂ ਹੀ ਦੱਸ ਦਿੱਤਾ ਸੀ, ਮਾਂ ਅੱਜ ਨੀਹਾਂ ਵਿੱਚ ਸਾਨੂੰ ਚਿਣ ਦੇਣਾ ਹੈ। ਤੇ ਮਾਂ ਨੇ ਪੁੱਛਿਆ, ਡਰ ਨਹੀਂ ਆਉਂਦਾ? ਗਲੂਏ ਦੇ ਬੋਲ ਨੇ। ਬਾਬਾ ਜੋਰਾਵਰ ਸਿੰਘ ਫਤਿਹ ਸਿੰਘ ਕਹਿੰਦੇ, ਸੋਕਤ ਡਰੈ ਜੇ ਖਸਮ ਸਮਾਰੈ, ਡਰ ਡਰ ਪਚੇ ਮਨ ਮੁਖ ਵਿਚਾਰੇ। ਮਾਤਾ ਅਕਾਲ ਦੇ ਪੁਜਾਰੀ ਹਾਂ, ਜ਼ਿਹਨ ਵਿੱਚ ਪ੍ਰਗਟ ਹੈ ਅਕਾਲ। ਮੌਤ ਤੋਂ ਮਨਮੁਖ ਡਰਦੇ ਨੇ। ਗੁਰਮੁਖਾਂ ਲਈ ਮੌਤ ਅਗੇਰੀ ਮੰਜ਼ਿਲ ਵੱਲ ਜਾਣ ਦਾ ਰਸਤਾ ਏ। ਦੁੱਖ ਕਾਹਦਾ ਏ? ਦਾਦੀ ਇੱਥੇ ਤੇਰੀ ਗੋਦ ਖੇਡੇ ਆ, ਅੱਗੇ ਦਾਦਾ ਡੀਕਦਾ ਏ, ਉਹਦੀ ਗੋਦ ਖੇਡਿਆ ਕਰਾਂਗੇ। ਮਾਂ ਮੱਥੇ ਚੁੰਮਦੀ ਐ। ਸਿਪਾਹੀ ਆ ਗਏ। ਅੱਲਾ ਯਾਰ ਖਾਂ ਨੇ ਉੱਥੇ ਲਿਖਿਆ ਹੈ, ਧਰਮ ਰੱਖਿਅਕ ਮਾਤਾ ਗੁਜਰੀ। ਇਉਂ ਤਿਆਰ ਕਰਦੀ ਹੈ ਬੱਚਿਆਂ ਨੂੰ ਜਿਵੇਂ ਲਾੜੇ ਨੇ ਘੋੜੀ ਚੜ੍ਹਨਾ ਹੋਵੇ ਤੇ ਮਾਂ ਤਿਆਰ ਕਰਦੀ ਹੁੰਦੀ ਹੈ। ਅੱਲਾ ਯਾਰ ਖਾਂ ਦੇ ਪਾਕ ਬੋਲ ਨੇ। ਮਾਂ ਨੂੰ ਪੁੱਛਿਆ ਸਾਹਿਬਜ਼ਾਦਿਆਂ, ਅੱਜ ਇਹਨੇ ਪਿਆਰ ਨਾਲ ਤਿਆਰ ਕਰ ਰਹੀ ਹੈ ਮਾਂ, ਕੀ ਕਾਰਨ ਹੈ? माँ कहती, जाने से पहले आओ गले से लगा तो लूं, केसों को कंघी कर दूं, जरा मुँह धुला तो लूं, प्यारे से सरों पे नन्ही सी कलगी सजा तो लूं, मरने से पहले तुमको मैं दुल्हा बना तो लूं। बच्चों चाह नाल तां तैयार करदी है ਜਦੋਂ ਫਰਜ਼ੰਦ ਘੋੜੀ ਚੜ੍ਹਨਾ ਹੋਵੇ ਤੇ ਮਾਵਾਂ ਇੱਦਾਂ ਹੀ ਤਿਆਰ ਕਰਦੀਆਂ ਨੇ। ਅੱਜ ਤੁਸੀਂ ਮੌਤ ਨੂੰ ਵਰਨਾ ਹੈ, ਉਹਨੇ ਲਾੜੀ ਬਣਨਾ ਹੈ ਤੁਹਾਡੀ। ਮੱਥੇ ਚੁੰਮੇ, ਮਣਾ ਮੂੰਹੀਂ ਪਿਆਰ ਦਿੱਤਾ। ਆਪ ਕੌਲੇ ਨਾਲ ਚੌਂਕੜਾ ਲਾ ਕੇ ਮਾਂ ਬਹਿ ਗਈ, ਕਿਉਂਕਿ ਇਸ ਪੀੜ ਨੂੰ ਜਰਨ ਲਈ ਪਰਮ ਸ਼ਕਤੀ ਨਾਲ ਜੁੜਨਾ ਪੈਣਾ ਹੈ। ਸਮਾਧੀ ਲੀਨ ਹੋਈ ਮਾਤਾ। ਸਾਹਿਬਜ਼ਾਦੇ ਤੁਰ ਗਏ। ਕਚਹਿਰੀ ਦੇ ਵਿੱਚ ਜਾ ਕੇ ਫਿਰ ਫਤਿਹ ਗਜਾਈ ਹੈ। ਫਿਰ ਉਹੀ ਲਾਲਚ, ਦੌਲਤਾਂ, ਸ਼ੋਹਰਤਾਂ। ਦੀਨ ਤਬਦੀਲ ਕਰੋ, ਜਾਨ ਬਚੇਗੀ। ਆਪਸ ਵਿੱਚ ਇੱਕ ਗੱਲ ਕੀਤੀ ਹੈ ਦੋਵਾਂ ਸਾਹਿਬਜ਼ਾਦਿਆਂ, ਬਾਬਾ ਜ਼ੋਰਾਵਰ ਸਿੰਘ, ਫਤਿਹ ਸਿੰਘ। ਵੱਡਾ ਛੋਟੇ ਨੂੰ ਕਹਿੰਦਾ ਹੈ, ਜ਼ੋਰਾਵਰ ਸਿੰਘ ਪਹੁੰਚਿਓ ਸਮਾਂ ਮੋਹੇ ਅਸ ਜੋਵਾ, ਗੁਰੂ ਪਿਤਾਮੇ पर जिम होवा, साबत रहन बात है नीकी, कहो भराता तू अपने जी की। छोटे भाई जान बच सकती है, दीन छड्डना, सिक्खी छड्डनी है। समा दादे वाला आ गया, तेरी की राय है? सोचते ने भी मैं तैयार हाँ, छोटे नूं पुछां। लिखते ने कवि संतोख सिंह महाराज, कहंदे फतह है सिंह सुन उत्तर दीना, धर्म पितामे ज्यों रख लीना, शुभ जस ते जग पूरन कीना, तीन लोक मह शाका चीना। जे दादे वाला समा आया है ते भाई फिर दादे वाली कुर्बानी करिए, तिन्ना लोकां विच जय जयकार होवेगी अपनी। वजीर खां नाज़ुम ने समझ लिया ये नहीं चुकणगे। ਨੀਹਾਂ ਵਿੱਚ ਚਿਣਨ ਦੀ ਤਿਆਰੀ ਹੋ ਰਹੀ ਹੈ। ਮਕਤਲ ਵਿੱਚ ਆਪ ਜਾਣ ਲਈ ਤਿਆਰ ਹੋ ਗਏ। ਕਹਿੰਦੇ ਸਾਨੂੰ ਡਰ ਹੈ ਮੌਤ ਦਾ, ਜਗ੍ਹਾ ਕਿਹੜੀ ਮੁਕਰਰ ਹੈ, ਨੀਹਾਂ ਵਿੱਚ ਕਿੱਥੇ ਚਿਣਨਾ ਹੈ, ਆਪ ਚੱਲਦੇ ਹਾਂ ਅੱਗੇ ਲੱਗ ਕੇ। ਜਕਾਰੇ ਛੱਡਦੇ ਗਏ। ਉੱਥੇ ਜ਼ਾਲਮ ਇੱਟਾਂ ਲਾਉਣ ਲੱਗ ਪਏ, ਗੋਡਿਆਂ ਤੇ ਕੰਧ ਆਈ। ਕਾਰੀਗਰ ਕਹਿੰਦਾ ਹੈ ਨਾਜ਼ਮ ਵਜ਼ੀਰ ਖਾਂ, ਇਹ ਇੱਟ ਝਾੜਨੀ ਪੈਣੀ ਹੈ। ਕਹਿੰਦਾ ਨਹੀਂ, ਖਜ਼ਾਨੇ ਦੀ ਇੱਟ ਹੈ, ਇਹ ਭੰਨਣੀ ਨਹੀਂ। ਇਹਨਾਂ ਦੀਆਂ ਚੱਪਣੀਆਂ ਉਡਾ ਦਿਓ। ਕਾਂਡੀਆਂ ਤੇਸੀਆਂ ਮਾਰ ਮਾਰ ਕੇ ਚੱਪਣੀਆਂ ਉਡਾ ਦਿੱਤੀਆਂ, ਪਰ ਇਹਨਾਂ ਦੇ ਗਲੂਏ ਚੋਂ ਸੀ ਦੀ ਜਗ੍ਹਾ ਤੇ ਸੁਖਮਣੀ ਨਿਕਲਿਆ ਹੈ। ਛਾਤੀ ਤੇ ਇੱਟਾਂ ਆਈਆਂ, ਠੋਡੀ ਤੇ ਆਈਆਂ। ਅੱਲਾ ਯਾਰ ਖਾਂ ਉੱਥੇ ਮਹਾਂਪੁਰਸ਼ ਲਿਖਦਾ ਹੈ, ਠੋਡੀ ਤੱਕ ਈਂਟੇ ਚੁੰਦੀ ਗਈ, ਮੂੰਹ ਤੱਕ ਆ ਗਈ, ਬੀਨੀ ਕੋ ਢਾਂਪਤੇ ਹੀ ਮਾਥੇ ਪੇਸ਼ ਆ ਗਈ, हर चांद सी ज़बी को घनसा लगा गई, लखते जिगर गुरु के वो दोनों छुपा गई। कहंदे ठोडी तो इट्टां लंघीਆਂ, मस्तक टके गए। ਸਾਹਿਬਜ਼ਾਦੇ ਕਾਦੇ ਛੁਪੇ ਨੇ? ਗੁਰੂ ਗੋਬਿੰਦ ਸਿੰਘ ਦੇ ਚੰਦ ਤੇ ਸੂਰਜ ਛਿਪ ਗਏ।
ਬੇਹੋਸ਼ੀ ਆ ਹੀ ਜਾਣੀ ਸੀ, ਸਾਹ ਘੁੱਟਿਆ ਗਿਆ। ਕੁਦਰਤ ਵੀ ਗਿਲਾ ਕਰਦੀ ਹੈ ਨਾ, ਭੁਚਾਲ ਆਉਂਦਾ ਹੈ, ਤੂਫਾਨ ਆਉਂਦਾ ਹੈ, ਨੀਆਂ ਡਿੱਗ ਪੈਂਦੀਆਂ ਨੇ। ਕੋਹ ਕੇ ਸ਼ਾਸਲ ਬੇਗ ਤੇ ਬਾਸ਼ਲ ਬੇਗ ਨੇ ਸਾਹਿਬਜ਼ਾਦੇ ਸ਼ਹੀਦ ਕੀਤੇ। ਰੰਚਕ ਮਾਤਰ ਵੀ ਸੀ ਗਲੂਏ ਚੋਂ ਨਹੀਂ ਨਿਕਲਿਆ। ਅੱਲਾ ਯਾਰ ਖਾਂ ਕਹਿੰਦਾ ਕੀ ਸੋਚਦੇ ਹੋ, ਨੀਆਂ ਵਿੱਚ ਚਿਣੇ ਗਏ, ਸਾਹਿਬਜ਼ਾਦਿਆਂ ਦਾ ਖੁਰਾ ਖੋਜ ਮਿਟ ਗਿਆ। ਕਹਿੰਦਾ ਨਹੀਂ ਜੋਗੀ ਜੀ, ਇਸਕੇ ਬਾਦ ਹੁਈ ਥੋੜੀ ਦੇਰ ਥੀ, ਬਸਤੀ ਸਰਹੰਦ ਸ਼ਹਿਰ ਈਂਟੋਂ ਕਾ ਢੇਰ ਥੀ। ਕਹਿੰਦੇ ਸਾਹਿਬਜ਼ਾਦੇ ਨੀਆਂ ਵਿੱਚ ਚਿਣੇ ਗਏ, ਸਿੱਖੀ ਦਾ ਮਹੱਲ ਮਜ਼ਬੂਤ ਕਰ ਗਏ, ਪਰ ਸਰਹੰਦ ਦੀਆਂ ਨੀਆਂ ਕੱਚੀਆਂ ਕਰ ਗਏ। ਵੇਂਦਿਆਂ ਵੇਂਦਿਆਂ ਹੀ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਨੇ ਨੰਦੇੜ ਇੱਕ ਲੁਕ ਕੇ ਦਿਨ ਕੱਟਣ ਵਾਲਾ ਸਾਧ ਮਾਧੋ ਦਾਸ ਐਸਾ ਸੂਰਮਾ ਬਣਾਇਆ, ਖੰਡੇ ਦੀ ਪੌਲ ਦੇ ਕੇ ਬੰਦਾ ਸਿੰਘ ਬਹਾਦਰ ਬਣਿਆ। ਆਉਂਦਿਆਂ ਸਰਹੰਦ ਦੀ ਇੱਟ ਨਾ ਇੱਟ ਖੜਕਾਈ। ਫਿਰ ਇਹਨਾਂ ਸਾਹਿਬਜ਼ਾਦਿਆਂ ਦੇ ਵਾਰਸਾਂ ਨੇ ਬਘੇਲ ਸਿੰਘ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਬਾਬਾ ਜੱਸਾ ਸਿੰਘ ਰਾਮਗੜ੍ਹੀਏ ਨੇ ਦਿੱਲੀ ਦਾ ਤਖਤ ਮਾਰ ਲਿਆ। ਖਾਲਸੇ ਦਾ ਰਾਜ ਹੋਇਆ ਭਾਰਤ ਵਰਸ਼ ਤੇ। ਇਹ ਸਾਹਿਬਜ਼ਾਦਿਆਂ ਦੀ ਕੁਰਬਾਨੀ ਦੀ ਚੰਗਿਆੜੀ ਸੀ ਜਿਹਨੇ ਖਾਲਸੇ ਦਾ ਭਾਂਬੜ ਮਚਾ ਦਿੱਤਾ ਸੀ। ਸ਼ਹਾਦਤਾਂ ਹੋਈਆਂ, ਮਾਤਾ ਗੁਜਰੀ ਜੀ ਆਪਾ ਵਾਰ ਗਏ। ਖੈਰੇ ਅੱਗੇ ਲੰਬੇਰਾ ਇਤਿਹਾਸ ਹੈ ਬਾਬਾ ਟੋਡਰ ਮੱਲ ਜੀ ਦਾ, ਜਿਨ੍ਹਾਂ ਨੇ ਸੰਸਕਾਰ ਕੀਤਾ ਸੀ ਸੋਨੇ ਦੀਆਂ ਮੋਹਰਾਂ ਵਿਛਾ ਕੇ। ਬਾਬਾ ਮੋਤੀ ਰਾਮ ਜੀ ਵੀ ਨਾਲ ਸ਼ਾਮਲ ਸਨ। ਸੋ ਉਹਨਾਂ ਸੂਰਬੀਰਾਂ ਸ਼ਹੀਦਾਂ ਨੂੰ ਆਪਾਂ ਯਾਦ ਕਰਦੇ ਹਾਂ। ਜਿਸ ਮਨ ਵਸੈ ਪਾਰ ਬ੍ਰਹਮ, ਨਿਕਟ ਨਾ ਆਵੈ ਪੀਰ, ਭੁੱਖ ਤਿਖ ਤਿਸ ਨਾ ਵਿਆਪਈ, ਜਮ ਨਹੀਂ ਆਵੈ ਨੀਰ। ਗੁਰੂ ਕੇ ਲਾਲ ਅਕਾਲ ਪੁਰਖ ਦੇ ਗੀਤ ਗਾਉਣ ਵਾਲਿਆਂ ਦੀ ਇਹ ਅਜ਼ਮਤ ਹੈ। ਭੁੱਖ ਦੁੱਖ ਇਹਨਾਂ ਨੂੰ ਸਤਾ ਨਹੀਂ ਸਕਦੇ। ਸੋ ਐਸੇ ਮਹਾਨ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ। ਖੰਡੇ ਦੀ ਪੌਲ ਛਕੋ, ਗੁਰੂ ਵਾਲੇ ਬਣੋ, ਇਹ ਜੀਵਨ ਸਫਲਾ ਹੋਵੇ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।